ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ। ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ। ਆਦਿ ਜੁਲ ਨਿਵਾਸ ਹੈ, ਗਨੀ ਮੁਲ ਖਿਰਾਜ ਹੈ। ਨਿਰੁਕਤ ਸਰੂਪ ਹੈ, ਤ੍ਰੈ ਮੁਕਤ ਵਿਭੂਤ ਹੈ। ਪ੍ਰਭੁਗਤ ਪ੍ਰਵਾਹ ਹੈ, ਸੋ ਜੁਗਤ ਸੁਧਾ ਹੈ। ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ। ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ। ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਉੱਪਰ ਸ਼ੋਭਾਇਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੀ ਸਤਸੰਗੀ ਜਨੋ, ਕਲਗੀਧਰ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਜਾਪ ਸਾਹਿਬ ਵਿੱਚੋਂ ਆਪ ਜੀ ਨੇ ਸਰਵਣ ਕੀਤੇ ਨੇ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਅਨੇਕੁਲ ਤਰੰਗ ਹੈ। ਅਨੇਕੁਲ ਦਾ ਭਾਵ ਹੈ ਕਈ ਪ੍ਰਕਾਰ ਦੀਆਂ। ਤਰੰਗ ਦਾ ਭਾਵ ਹੈ ਤਰੰਗਾਂ, ਲਹਿਰਾਂ। ਜਿਵੇਂ ਸਮੁੰਦਰ ਇੱਕ ਹੈ, ਜਦੋਂ ਸਮੁੰਦਰ 'ਤੇ ਹਵਾ ਨਹੀਂ ਚੱਲਦੀ ਉਦੋਂ ਇਕੱਲਾ ਸਮੁੰਦਰ ਹੈ। ਜਦੋਂ ਸਮੁੰਦਰ ਦੇ ਉੱਤੇ ਤੂਫਾਨ, ਲਹਿਰਾਂ, ਹਵਾਵਾਂ ਵਹਿੰਦੀਆਂ ਨੇ ਅਤੇ ਉਹਨਾਂ ਹਵਾਵਾਂ ਦੀ ਜਿਹੜੀ ਤੁਰਨ ਦੀ ਸ਼ਕਤੀ, ਉਹਦੇ ਨਾਲ ਸਮੁੰਦਰ ਦੀ ਉੱਪਰਲੀ ਸਤ੍ਹਾ ਦੇ ਉੱਪਰ ਪਾਣੀ ਦੀਆਂ ਲਹਿਰਾਂ ਬਣਦੀਆਂ ਨੇ। ਉਹ ਪਾਣੀ ਦਾ ਹੀ, ਸਮੁੰਦਰ ਦਾ ਹੀ ਇੱਕ ਸਰੂਪ ਹੈ। ਸਤਿਗੁਰੂ ਨੇ ਇੱਥੇ ਇਸ਼ਾਰਾ ਕੀਤਾ, ਕਹਿਣ ਲੱਗੇ ਸਾਰਾ ਸੰਸਾਰ, ਜਿੰਨੇ ਜੀਵ ਹਨ, ਹੈਣ ਤੇਰਾ ਹੀ ਰੂਪ ਹੈ। ਜਦੋਂ ਕਿਤੇ ਤੂੰ ਮਾਇਆ ਦੀ ਹਵਾ ਚਲਾਈ ਇਸ, ਤਾਂ ਤੇਰੇ ਵਿੱਚੋਂ ਹੀ ਇਹ ਸਾਰਾ ਸੰਸਾਰ ਲਹਿਰਾਂ ਰੂਪ ਬਣ ਕੇ ਪ੍ਰਗਟ ਹੋ ਗਿਆ। ਅਨੇਕੁਲ ਤਰੰਗ ਹੈ, ਇਹ ਤਾਂ ਇਹਦੇ ਬਾਹਰਲੀ ਅਰਥ ਨੇ। ਤਰੰਗ ਜਿਹੜੀ ਹੈ ਇਸ ਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ ਵੇਵਜ਼। ਜਿਵੇਂ ਜਿਹੜੀ ਆਵਾਜ਼ ਹੈ ਉਹ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਂਦੀ ਹੈ, ਉਹਦਾ ਕੋਈ ਸਰੀਰ ਨਹੀਂ। ਜਿਵੇਂ ਇੱਥੋਂ ਮੈਂ ਬੋਲ ਰਿਹਾ, ਤੁਹਾਡੇ ਕੰਨਾਂ ਵਿੱਚ ਆਵਾਜ਼ ਜਾ ਰਹੀ ਹੈ, ਰਾਹ ਵਿੱਚ ਕੋਈ ਤਾਰ ਨਹੀਂ ਹੈ, ਕੋਈ ਸਰੂਪ ਨਹੀਂ ਦਿਸਦਾ ਵੀ ਕਿਹਦੇ ਰਾਹੀਂ ਤੁਸੀਂ ਸੁਣ ਰਹੇ ਹੋ। ਤਾਂ ਇੱਥੋਂ ਇਸ ਆਵਾਜ਼ ਦਾ ਉੱਥੇ ਉੱਡ ਕੇ ਜਾਣਾ, ਇਹ ਇੱਕ ਸੂਖਸ਼ਮ ਤਰੰਗਾਂ ਦੇ ਰਾਹੀਂ ਹੁੰਦਾ ਹੈ। ਤਰੰਗਾਂ ਦੇ ਰਾਹੀਂ ਸ਼ਬਦ ਜਿਹੜਾ ਹੈ ਇਹ ਇੱਕ ਥਾਂ ਤੋਂ ਦੂਜੀ ਥਾਂ 'ਤੇ ਹਵਾ ਦੇ ਰਾਹੀਂ ਜਾਂਦਾ ਹੈ। ਪਵਨ ਤੱਤ ਦੀਆਂ ਤਰੰਗਾਂ ਨੇ, ਪੈਦਾ ਇਹ ਆਕਾਸ਼ ਤੱਤ ਵਿੱਚੋਂ ਹੁੰਦਾ ਹੈ।
ਤਾਂ ਹਜ਼ੂਰ ਕਹਿੰਦੇ ਸ਼ਬਦ ਸਰੂਪ ਤੇ ਤੂੰ ਹੀ ਤਰੰਗਾਂ ਦਾ ਇੱਕ ਰੂਪ ਹੈ। ਤੇਰਾ ਸਰੀਰ ਤਰੰਗਾਂ ਦਾ ਬਣਿਆ ਹੋਇਆ, ਅਨੇਕੁਲ ਤਰੰਗ ਹੈ। ਫਿਰ ਜਦੋਂ ਅਸੀਂ ਸੋਚਦੇ ਹਾਂ ਕਿਸੇ ਬਾਰੇ, ਕਈ ਵਾਰੀ ਮਨ ਵਿੱਚ ਬੜੀ ਦੂਰ ਇੱਕ ਮਿੱਤਰ ਦੂਜੇ ਪ੍ਰਤੀ ਕਿਸੇ ਯਾਦ ਵਿੱਚ ਸੋਚਦਾ ਹੈ, ਪਿਆਰ ਵਿੱਚ ਸੋਚਦਾ ਹੈ, ਅਤੇ ਉਹਦੇ ਦਿਮਾਗ ਦੇ ਵਿੱਚੋਂ ਇਹ ਕਿਰਨਾਂ ਜਿਹੜੀਆਂ ਨੇ ਤਰੰਗਾਂ ਨਿਕਲਦੀਆਂ ਨੇ, ਸਾਰੇ ਬ੍ਰਹਿਮੰਡ ਵਿੱਚ ਫੈਲ ਜਾਂਦੀਆਂ ਨੇ। ਗੁਰੂ ਸਾਹਿਬ ਨੇ ਇੱਕ ਬਾਣੀ ਵਿੱਚ ਹੋਰ ਗੱਲ ਕਹੀ, ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਔਰ ਉਸ ਅੰਮ੍ਰਿਤ ਵੇਲੇ ਦੇ ਵਿੱਚ ਆਕਾਸ਼ ਦੇ ਅੰਦਰ ਬਹੁਤ ਸਾਰੀਆਂ ਤਰੰਗਾਂ ਵਗਦੀਆਂ ਨੇ, ਅਨੇਕੁਲ ਤਰੰਗ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਚਿੜੀ ਚੁਹਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਅੰਮ੍ਰਿਤ ਵੇਲੇ ਬ੍ਰਹਿਮੰਡ ਦੇ ਅੰਦਰ ਬੜੀਆਂ ਤਰੰਗਾਂ ਫੈਲ ਜਾਂਦੀਆਂ ਨੇ। ਅੱਗੇ ਬਚਨ ਕੀਤਾ, ਕਹਿਣ ਲੱਗੇ ਅਚਰਜ ਰੂਪ ਸੰਤਨ ਰਚੇ। ਉਸ ਵੇਲੇ, ਉਸ ਅੰਮ੍ਰਿਤ ਵੇਲੇ ਵਿੱਚ ਜਿਹੜੇ ਸੰਤ ਜਨ ਨੇ, ਜਦੋਂ ਉਹ ਸ਼ਬਦ ਦੇ ਪਿਆਰ ਵਿੱਚ ਬਹਿੰਦੇ ਨੇ, ਰੱਬ ਦੇ ਪਿਆਰ ਵਿੱਚ ਜੁੜਦੇ ਨੇ, ਤਾਂ ਉਹ ਫਿਰ ਸਰੀਰ ਤਾਂ ਉਹਨਾਂ ਦਾ ਇੱਕ ਥਾਂ 'ਤੇ ਟਿਕ ਜਾਂਦਾ, ਅਤੇ ਸਰੀਰ ਦੇ ਵਿੱਚੋਂ ਤਰੰਗਾਂ ਦੇ ਰੂਪ ਵਿੱਚ ਉਹਨਾਂ ਨੇ ਕਈ ਰੂਪ ਬਣਾ ਲੈਂਦੇ ਨੇ, ਬਾਹਰ ਬ੍ਰਹਿਮੰਡ ਦੇ ਵਿੱਚ ਫੈਲ ਜਾਂਦੇ। ਸਾਰਾ ਬ੍ਰਹਿਮੰਡ ਉਹਨਾਂ ਦਾ ਸਰੀਰ ਬਣ ਜਾਂਦਾ। ਅਚਰਜ ਰੂਪ ਸੰਤਨ ਰਚੇ। ਚਿੜੀ ਚੁਹਕੀ, ਚਿੜੀ ਚੁਹਕੀ ਦਾ ਮਤਲਬ ਜਦੋਂ ਅੰਮ੍ਰਿਤ ਵੇਲਾ ਉਦੋਂ ਚਿੜੀਆਂ ਬੋਲਦੀਆਂ ਨੇ। ਪਹੁ ਫੁੱਟੀ ਵਗਣ ਬਹੁਤ ਤਰੰਗ, ਉਦੋਂ ਬੜੀਆਂ ਤਰੰਗਾਂ ਅੰਮ੍ਰਿਤ ਵੇਲੇ ਵਿੱਚ ਵਗਦੀਆਂ ਨੇ। ਔਰ ਖਾਸ ਕਰਕੇ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਅੰਮ੍ਰਿਤ ਵੇਲੇ ਜਿਹੜੀ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਅਕਾਲ ਪੁਰਖ ਦੀ ਬੰਦਗੀ ਕਰਨੀ ਹੈ, ਤਾਂ ਭਾਵੇਂ ਤੂੰ ਹੋਰ ਵੀ ਕਿਸੇ ਵੇਲੇ ਕਰ ਸਕਣਾ, ਕੋਈ ਸ਼ੱਕ ਨਹੀਂ। ਸਾਰਾ ਸਮਾਂ ਉਹਦਾ, ਕਿਸੇ ਵੀ ਸਮੇਂ ਨੂੰ ਉਹਦੇ ਲਈ ਵਰਤਿਆ ਜਾ ਸਕਦਾ ਹੈ, ਪਰ ਸਾਰਿਆਂ ਤੋਂ ਜਿਹੜਾ ਸ੍ਰੇਸ਼ਟ ਵਕਤ ਹੈ ਉਹ ਗੁਰੂ ਕੇ ਸਵਾਰੇ ਉਹ ਦਿੰਦਾ ਕੰਮ ਅੰਮ੍ਰਿਤ ਵੇਲੇ ਦਾ, ਭਾਵੇਂ ਬੰਦੇ ਦਾ ਮਨ ਕਮਜ਼ੋਰ ਕਿਉਂ ਨਾ ਹੋਵੇ। ਦੋ ਚੀਜ਼ਾਂ ਨੇ, ਕਿਸੇ ਦਾ ਮਨ ਬਿਲਕੁਲ ਨਾ ਟਿਕੇ ਤੇ ਉਹਦੇ ਵਾਸਤੇ ਦੋ ਥਾਵਾਂ ਨੇ, ਦੋ ਸਹਾਰੇ, ਦੋ ਚੀਜ਼ਾਂ ਨੇ, ਕਿਉਂਕਿ ਇਹ ਸੌਖਾ ਕੰਮ ਨਹੀਂ। ਰੱਬ ਦੇ ਪਿਆਰ ਵਿੱਚ ਮਨ ਨੂੰ ਜੋੜਨਾ, ਮਨ 'ਤੇ ਜੁੜਨਾ ਕਦੀ ਸਿੱਖੀ ਨਹੀਂ। ਮਨ 'ਤੇ ਸਾਡਾ ਜਿਹੜਾ ਹੈ ਇਹਨਾਂ ਸੰਸਾਰ ਦੇ ਅੰਦਰ ਫਸਿਆ ਹੈ ਵੀ ਉਹਨੂੰ ਕਦੀ ਟਿਕਣ ਦੀ ਜਾਚ ਹੀ ਨਹੀਂ ਆਈ, ਨਾ ਅਸੀਂ ਉਹਨੂੰ ਟਿਕਾਉਣ ਦਾ ਯਤਨ ਕੀਤਾ ਹੈ। ਤਾਂ ਜਦੋਂ ਇਸ ਹਾਲਤ ਵਿੱਚੋਂ ਕੋਈ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰਦਾ, ਤੇ ਉਦੋਂ ਉਹਦੇ ਰਾਹ ਵਿੱਚ ਇੱਕ ਰੁਕਾਵਟ ਪੈਂਦੀ ਕਿ ਮਨ ਨਹੀਂ ਜੁੜਦਾ। ਉਹਦੇ ਵਾਸਤੇ ਉਹ ਕਈ ਸਾਧਨ ਪੁੱਛਦਾ ਫਿਰਦਾ, ਕਈ ਤਰੀਕੇ ਲੱਭਦਾ ਫਿਰਦਾ ਹੈ, ਪਰ ਸਤਿਗੁਰੂ ਨੇ ਉਹਦੇ ਵਾਸਤੇ ਦੋ ਤਰੀਕੇ ਦੱਸੇ ਕਿ ਇਹਨਾਂ ਦੋਵਾਂ ਦੀ ਤੂੰ ਵਰਤੋਂ ਕਰ ਜੇ ਮਨ ਨਹੀਂ ਟਿਕਦਾ। ਉਹ ਕਿਹੜਾ ਹੈ? ਇੱਕ ਤੇ ਵੇਲਿਆਂ ਦੇ ਵਿੱਚੋਂ ਖਾਸ ਵੇਲਾ ਚੁਣ ਲੈ। ਉਹ ਵੇਲਾ ਕਿਹੜਾ? ਉਹਨੂੰ ਕਿਹਾ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਤੋਂ ਜੁੜਨ ਦਾ ਯਤਨ ਕਰ। ਤਾਂ ਕਿਹਾ ਸੀ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਤਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ, ਇੱਥੇ ਵੇਲੇ ਦੀ ਗੱਲ ਕੀਤੀ ਏ ਵੀ ਵੇਲਾ ਚੁਣ ਕੇ ਫਿਰ ਕਰ ਤੂੰ, ਦਿਨੇ ਨਹੀਂ ਮਨ ਟਿਕੇਗਾ। ਜਦੋਂ ਦਿਨ ਚੜ੍ਹਦਾ ਹੈ ਆਪਣੇ ਆਪ ਮਨ ਖਿੰਡ ਜਾਂਦਾ ਹੈ, ਤਰੰਗਾਂ ਖਿੱਲਰ ਜਾਂਦੀਆਂ ਮਨ ਦੀਆਂ। ਸਿਰਫ ਇੱਕ ਅੰਮ੍ਰਿਤ ਵੇਲਾ ਹੈ ਜਿਹਦੇ ਵਿੱਚ ਮਨ ਸਹਿਜ ਸੁਭਾਏ ਆਦਮੀ ਦਾ ਇਕੱਠਾ ਹੁੰਦਾ ਹੈ। ਇੱਕ ਤਾਂ ਉਹਨੂੰ ਰਾਤ ਦਾ ਆਰਾਮ ਮਿਲਿਆ ਹੁੰਦਾ ਹੈ, ਦੂਜਾ ਸਵੇਰੇ ਸਵੇਰੇ ਉਹਨੂੰ ਕੋਈ ਬਹੁਤੇ ਲੋਕਾਂ ਨਾਲ ਬੋਲਣ ਦੀ ਲੋੜ ਨਹੀਂ ਪੈਂਦੀ, ਤੀਜਾ ਉਹਨੂੰ ਅਜੇ ਕਾਰੋਬਾਰ ਉਸ ਦਾ ਸ਼ੁਰੂ ਨਹੀਂ ਹੋਇਆ ਹੁੰਦਾ। ਇਹ ਸਾਰੀਆਂ ਚੀਜ਼ਾਂ ਉਹਨੂੰ ਸਹਾਇਤਾ ਦਿੰਦੀਆਂ ਨੇ ਬਈ ਉਹਦਾ ਮਨ ਨਾ ਦੌੜੇ ਨਾ ਭੱਜੇ। ਇਸ ਕਰਕੇ ਸ੍ਰੇਸ਼ਟ ਵੇਲਾ ਗਿਣਿਆ।
ਤਾਂ ਜਦੋਂ ਇਹ ਬਚਨ ਕੀਤਾ, ਕਹਿਣ ਲੱਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ। ਇਸ ਵੇਲੇ ਬਖਸ਼ਿਸ਼ ਦਾ ਕੱਪੜਾ ਸਾਧਕ ਨੂੰ ਮਿਲਦਾ ਹੈ। ਜਿਵੇਂ ਕਿਸੇ ਨੂੰ ਠੰਡ ਲੱਗਦੀ ਹੋਵੇ ਅਤੇ ਉਹਦੇ ਉੱਤੇ ਆਣ ਕੇ ਕੋਈ ਗਰਮ ਵਸਤਰ ਪਾ ਦੇ, ਉਹਦੀ ਠੰਡ ਹਟ ਜਾਂਦੀ ਹੈ। ਇਸ ਵੇਲੇ ਵਿੱਚ ਜਦੋਂ ਕਿਸੇ ਦਾ ਮਨ ਦੌੜਦਾ ਤੇ ਅਕਾਲ ਪੁਰਖ ਦਾ ਬਖਸ਼ਿਸ਼ ਦਾ ਕੱਪੜਾ ਉਹਦੇ ਮਨ 'ਤੇ ਪੈ ਕੇ ਉਹਨੂੰ ਟਿਕਾਉਂਦਾ ਹੈ। ਤਾਂ ਕਹਿ ਦਿੱਤਾ ਵੀ ਕਰਮੀ ਆਵੇ ਕੱਪੜਾ। ਤੇ ਜਦੋਂ ਕੱਪੜਾ ਮਿਲਦਾ ਕਰਮੀ ਰਹਿਮਤ ਦਾ ਕੱਪੜਾ, ਫਿਰ ਸਤਿਗੁਰੂ ਕਹਿੰਦੇ ਨਦਰੀ ਮੋਖ ਦਵਾਰ। ਮੋਖ ਦਵਾਰ ਮੁਕਤੀ ਦਾ ਦਰਵਾਜ਼ਾ ਉਸ ਬੰਦੇ ਨੂੰ ਦਿਸ ਪੈਂਦਾ ਹੈ। ਮੁਕਤੀ ਬੰਦੇ ਦੀ ਆਪਣੀ ਅਖੀਰਲੀ ਘਟਨਾ ਜ਼ਿੰਦਗੀ ਦੀ, ਇਹਦੇ ਤੋਂ ਬਿਨਾਂ ਬੰਦਾ ਦੁਖੀ ਰਹਿੰਦਾ ਹੈ। ਮੁਕਤੀ ਜਿਹੜੀ ਹੈ ਨਾ, ਜਿੰਨਾ ਚਿਰ ਵਿਅਕਤੀ ਮੁਕਤ ਨਹੀਂ ਨਾ ਹੋਇਆ, ਉਹਦੇ ਤੋਂ ਪਹਿਲਾਂ ਕੋਈ ਕਹੇ ਵੀ ਮੇਰੇ ਦੁੱਖ ਹਟ ਗਏ, ਇਹ ਉਹਦਾ ਭੁਲੇਖਾ ਹੈ। ਮੁਕਤੀ ਦਾ ਅਰਥ ਹੈ, ਮੁਕਤੀ ਬੰਦੇ ਦਾ ਅਖੀਰਲਾ ਸੁਭਾਅ ਹੈ। ਹੁਣ ਜਿਹੜੇ ਸਾਡੇ ਸੁਭਾਅ ਨੇ, ਇਹ ਅਸੀਂ ਬਾਹਰੋਂ ਲਿੰਬੇ ਪੋਚੇ ਨੇ। ਸਾਡਾ ਕਿਸੇ ਦਾ ਸੁਭਾਅ ਹੈ ਬਹੁਤਾ ਬੋਲਣਾ, ਕਿਸੇ ਦਾ ਸੁਭਾਅ ਬਹੁਤਾ ਵੇਖਣਾ, ਕਿਸੇ ਦਾ ਸੁਭਾਅ ਬਹੁਤਾ ਖਾਣਾ, ਕਿਸੇ ਦਾ ਸੁਭਾਅ ਬਹੁਤਾ ਹੀ ਸੋਚਣਾ, ਕਿਸੇ ਦਾ ਸੁਭਾਅ ਬਿਲਕੁਲ ਹੀ ਨਹੀਂ ਸੋਚਣਾ। ਅਤੇ ਸਾਡੇ ਮਨ ਵਿੱਚ ਕਈਆਂ ਦੇ ਕਾਮ ਜ਼ਿਆਦਾ ਹੈ, ਕਿਤੇ ਕ੍ਰੋਧ ਜ਼ਿਆਦਾ ਹੈ, ਕਿਤੇ ਲੋਭ ਜ਼ਿਆਦਾ। ਇਹ ਸਾਰੇ ਸੁਭਾਅ ਅਸੀਂ ਬਾਹਰੋਂ ਲਏ ਨੇ, ਸਾਡੇ ਆਪਣੇ ਨਹੀਂ। ਤਾਂ ਹੀ ਓਪਰਾਪਣ ਰਹਿੰਦਾ ਮਨ ਵਿੱਚ। ਜਿਵੇਂ ਬੰਦਾ ਕਿਤੇ ਦੂਰ ਚਲਾ ਜਾਏ ਨਾ, ਤੇ ਉਹਨੂੰ ਇੱਕ ਦੁੱਖ ਰਹਿੰਦਾ ਦਿਨ ਰਾਤ, ਓਪਰਾਪਣ। ਪਰ ਜਿਹੜਾ ਸੁਭਾਅ ਸਾਡੇ ਅੰਦਰ ਰੱਬ ਨੇ ਪਾ ਕੇ ਭੇਜਿਆ ਸੀ, ਉਹ ਕਿਹੜਾ ਸੁਭਾਅ ਸੀ? ਜਿਹਨੂੰ ਸਹਿਜ ਸੁਭਾਅ ਕਿਹਾ ਹੈ। ਸਹਿਜ ਸੁਭਾਅ, ਜਿਹੜਾ ਗੁਰੂ ਸਾਹਿਬ ਨੇ ਕਿਹਾ ਹੈ ਕਿ ਨਾਮ ਤੇ ਸਾਰੇ ਜਪਦੇ, ਪਰ ਨਾਮ ਜਪਣ ਨਾਲ ਦੁੱਖ ਨਹੀਂ ਜਾਂਦੇ। ਅੱਗੇ ਦੱਸਿਆ ਵੀ ਕਿਵੇਂ ਜਪਣਾ ਚਾਹੀਦਾ ਜਿਹਦੇ ਨਾਲ ਦੁੱਖ ਜਾਂਦੇ ਨੇ। ਨਾਮ ਸਾਰੇ ਜਪਦੇ ਨੇ, ਕਿਸੇ ਨੇ ਜਪਿਆ ਉਸ ਸੁਭਾਅ ਵਿੱਚ, ਕਿਸੇ ਨੇ ਕਿਸੇ ਸੁਭਾਅ ਵਿੱਚ ਜਪਿਆ, ਕਿਸੇ ਨੇ ਕਿਸੇ ਸੁਭਾਅ ਵਿੱਚ ਜਪਿਆ, ਪਰ ਜਿਹਨੇ ਸਹਿਜ ਸੁਭਾਅ ਵਿੱਚ ਜਪਿਆ ਉਹਦੇ ਦੁੱਖ ਚਲੇ ਗਏ। ਤੁਸੀਂ ਬਾਣੀ ਵਿੱਚ ਪੜ੍ਹੋਗੇ ਕਿ ਹਰਿ ਕਾ ਨਾਮ ਜਪਤ ਦੁੱਖ ਜਾਏ, ਅਕਾਲ ਪੁਰਖ ਦਾ ਨਾਮ ਜਪਿਆਂ ਦੁੱਖ ਖਤਮ ਹੋ ਜਾਂਦਾ ਹੈ। ਅੱਗੇ ਦੱਸਿਆ ਵੀ ਕਿਵੇਂ, ਕਿਹੜੇ ਤਰੀਕੇ ਨਾਲ ਜਪਿਆ। ਨਾਨਕ ਬੋਲੇ ਸਹਿਜ ਸੁਭਾਏ। ਜੇ ਕੋਈ ਬੰਦਾ ਆਪਣੇ ਸਹਿਜ ਸੁਭਾਅ ਦੁਆਰਾ ਨਾਮ ਨੂੰ ਜਪੇ, ਸਹਿਜ ਸੁਭਾਅ ਯਾਨੀ ਕਿ ਮੁਕਤੀ ਦਾ ਸੁਭਾਅ। ਇਸ ਲਈ ਮੁਕਤੀ ਜਿਹੜੀ ਜਾਂ ਸਹਿਜ ਸੁਭਾਅ ਹੋਣਾ, ਇਹ ਸਾਡਾ ਧੁਰ ਦਾ ਸੁਭਾਅ ਹੈ, ਸ਼ੁਰੂ ਤੋਂ ਸਾਡੇ ਅੰਦਰ ਪਾਇਆ। ਜਿੱਦਣ ਇਹ ਮਿਲ ਗਿਆ ਉਦਣ ਦੁੱਖ ਖਤਮ ਹੋ ਗਏ, ਉਦਣ ਸਾਰੇ ਦੁੱਖ ਚਲੇ ਗਏ। ਮੁਕਤੀ ਦਾ ਅਰਥ ਹੈ ਵੀ ਬੰਦਾ ਇੱਥੇ ਰਹਿੰਦਾ ਹੋਇਆ ਵੀ ਕਿਸੇ ਚੀਜ਼ ਦੇ ਪ੍ਰਭਾਵ ਥੱਲੇ ਨਾ ਆਵੇ। ਕੁਝ ਵੀ ਹੋਵੇ ਦੁਨੀਆ ਦੇ ਵਿੱਚ, 1 ਤੋਂ ਲੈ ਕੇ 1000 ਤੱਕ, ਆਪਣਾ ਸਰੀਰ ਵੀ ਹੈ, ਆਪਣੀ ਵਡਿਆਈ ਹੈ, ਆਪਣੀ ਨਿੰਦਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਪੜ੍ਹੋ, ਸਾਰਾ ਮੁਕਤੀ ਦੀ ਦਸ਼ਾ ਦੇ ਚਿੱਤਰ ਸਾਡੇ ਸਾਹਮਣੇ ਰੱਖਦਾ ਹੈ, ਤਸਵੀਰਾਂ। ਤੁਸੀਂ ਬਚਨ ਪੜ੍ਹੋਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਇਹ ਕੌਣ ਬੰਦਾ ਹੈ? ਦੁੱਖ ਤੇ ਆਇਆ ਹੋਇਆ ਪਰ ਦੁੱਖ ਉਹਦੇ ਉੱਤੇ ਲਾਗੂ ਨਹੀਂ। ਸੁੱਖ ਵੀ ਉਹਦੇ ਉੱਤੇ ਲਾਗੂ ਨਹੀਂ ਹੈ। ਹੁਣ ਸਾਡੀ ਜ਼ਿੰਦਗੀ ਦਾ ਦੁੱਖ ਕੀ ਹੈ? ਵੀ ਅਸੀਂ ਇਹ ਦੁੱਖ ਛੱਡਣਾ ਚਾਹੁੰਦੇ ਹਾਂ ਅਤੇ ਸੁੱਖ ਲੈਣਾ ਚਾਹੁੰਦੇ, ਜਦ ਕਿ ਦੋਵੇਂ ਇਕੱਠੇ ਹੀ ਨੇ। ਜਦੋਂ ਸੁੱਖ ਲੈਂਦੇ ਹਾਂ ਉਦੋਂ ਦੁੱਖ ਵੀ ਆ ਜਾਂਦਾ, ਜਦੋਂ ਦੁੱਖ ਲਵਾਂਗੇ ਸੁੱਖ ਵੀ ਆਏਗਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮੁਕਤੀ ਦੇ ਚਿੱਤਰ, ਮੁਕਤੀ ਦੀਆਂ ਤਸਵੀਰਾਂ, ਉਹ ਕਿਹੜੀ ਚੀਜ਼ ਹੈ? ਜਿਹੜਾ ਆਦਮੀ ਮੁਕਤ ਹੋ ਗਿਆ ਉਹ ਕਿਵੇਂ ਦਾ ਹੈ? ਹਜ਼ੂਰ ਨੇ ਉਹਦੇ ਬਾਰੇ ਦੱਸਿਆ, ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਫਿਰ ਕਹਿੰਦੇ ਸੁਖ ਸਨੇਹ ਅਰ ਭੈ ਨਹੀਂ ਜਾਂ ਕੈ। ਸਨੇਹ ਕੋਈ ਨਹੀਂ ਉਹਨੂੰ, ਭੈ ਕੋਈ ਨਹੀਂ ਉਹਦੇ ਅੰਦਰ। ਭੈ ਕਾਹਦਾ ਹੈ? ਭੈ, ਪਛਤਾਵਾ, ਇਹ ਦੋ ਚੀਜ਼ਾਂ ਨੇ। ਇਹ ਕਾਹਦੀਆਂ ਨੇ? ਭੈ ਇਸ ਚੀਜ਼ ਦਾ ਵੀ
ਜੋ ਕੁਝ ਮੈਂ ਸੋਚਣਾ ਵੀ ਇਸ ਤਰ੍ਹਾਂ ਹੋਵੇ, ਕਿਤੇ ਇਹਦੇ ਤੋਂ ਉਲਟ ਨਾ ਹੋ ਜਾਏ। ਭੈ ਇਹਦਾ ਹੈ, ਹੋਰ ਕੋਈ ਭੈ ਨਹੀਂ ਇੱਥੇ। ਤੇ ਭੈ ਵਿੱਚੋਂ ਦੁੱਖ ਪੈਦਾ ਹੁੰਦਾ ਹੈ। ਭੈ ਜਿਹੜਾ ਡਰ ਜਿਹੜਾ ਉਹ ਭਵਿੱਖ ਦਾ ਹੈ, ਵਰਤਮਾਨ ਦਾ ਤੇ ਲੰਘੇ ਹੋਏ ਸਮੇਂ ਦਾ ਕੋਈ ਡਰ ਨਹੀਂ। ਉਹ ਤੇ ਲੰਘ ਗਿਆ, ਹੋ ਗਿਆ, ਗੱਲ ਖਤਮ ਹੈ। ਕੱਲ ਨੂੰ ਜਿਵੇਂ ਮੈਂ ਸੋਚਿਆ ਕਿਤੇ ਉਸ ਤਰ੍ਹਾਂ ਨਾ ਹੋ ਜਾਏ, ਇਹਦਾ ਭੈ ਹੈ। ਕੱਲ ਜੋ ਕੁਝ ਲੰਘ ਗਿਆ, ਇਹ ਜਿਵੇਂ ਮੈਂ ਸੋਚਿਆ ਸੀ ਉਸ ਤਰ੍ਹਾਂ ਨਹੀਂ ਹੋਇਆ, ਇਹਦਾ ਪਛਤਾਵਾ ਹੈ। ਇਹ ਸਾਰੇ ਦੁੱਖ ਦੇ ਸਰੂਪ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਜਿਹੜੇ ਲੋਕ ਸੁਖੀ ਹੋਏ ਨੇ ਉਹਨਾਂ ਦੇ ਅੰਦਰ ਦੀ ਭਾਵਨਾ, ਉਹਨਾਂ ਵਿੱਚ ਨਾ ਸੁਖ ਦੀ ਖਿੱਚ, ਨਾ ਦੁੱਖ ਦੀ ਈਰਖਾ, ਨਾ ਉਹਨਾਂ ਦੇ ਵਿੱਚ ਸਨੇਹ, ਨਾ ਉਹਨਾਂ ਵਿੱਚ ਭੈ। ਸੁਖ ਸਨੇਹ ਅਰ ਭੈ ਨਹੀਂ ਜਾਕੈ। ਫਿਰ ਕਿਹੜੇ ਲੋਕ ਮੁਕਤ ਹੋਏ ਨੇ? ਕਹਿੰਦੇ ਜਿਨ੍ਹਾਂ ਦੇ ਸਾਹਮਣੇ ਇੱਕ ਪਾਸੇ ਸੋਨਾ ਪਿਆ, ਇੱਕ ਪਾਸੇ ਮਿੱਟੀ ਪਈ ਹੈ। ਮਿੱਟੀ ਦੀ ਨਿੰਦਿਆ ਨਹੀਂ, ਸੋਨੇ ਦਾ ਪਿਆਰ ਨਹੀਂ ਹੈ। ਮਿੱਟੀ ਉਹਨਾਂ ਨੇ ਛੱਡੀ ਨਹੀਂ। ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਮਾਨਾ। ਇਹ ਸਾਰੀਆਂ ਚੀਜ਼ਾਂ, ਲੋਭ ਮੋਹ, ਨਿੰਦਿਆ ਚੁਗਲੀ, ਮਾਣ ਅਪਮਾਨ, ਜਿਨ੍ਹਾਂ ਦੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੀਆਂ, ਅਸਰ ਨਹੀਂ ਦਿਖਾਉਂਦੀਆਂ, ਤੇ ਇਹ ਕਿਹਨਾਂ ਨੂੰ ਮਿਲਦੀਆਂ? ਸਾਹਿਬ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ। ਇਹ ਗੱਲਾਂ ਬਹੁਤ ਔਖੀਆਂ ਨੇ। ਇਹ ਦਸ਼ਾਵਾਂ ਆਉਣੀਆਂ ਕੋਈ ਸੌਖੀ ਗੱਲ ਨਹੀਂ। ਇਹ ਸਿੱਖ ਦੀ ਆਪਣੀ ਕਮਾਈ ਦੇ ਵਿੱਚੋਂ ਸ਼ਾਇਦ ਨਾ ਆਉਣ। ਸ਼ਾਇਦ ਮੈਂ ਤਾਂ ਕਿਹਾ ਵੀ ਕਿਤੇ ਆਪਾਂ ਛੱਡ ਕੇ ਬਹਿ ਜੀ ਸਾਰਾ ਕੁਝ। ਖਤਰੇ ਬੜੇ ਨੇ ਧਰਮ ਦੀ ਸਿੱਖਿਆ ਵਿੱਚ। ਇੱਕ ਗੱਲ ਕਹੋ, ਉਹਦੇ ਵਿੱਚ ਇੱਕ ਗੱਲ ਦੀ ਵਿਆਖਿਆ ਕਰੋ ਤੇ ਦੂਜਾ ਖਤਰਾ ਹੈ ਉਹਦੇ ਵਿੱਚ। ਜੇ ਕਹੋਗੇ ਬਈ ਗੁਰੂ ਨੇ ਕਿਰਪਾ ਕਰਨੀ ਹੈ ਤਾਂ ਹੋਣਾ, ਤੇ ਫਿਰ ਆਦਮੀ ਕਹਿੰਦਾ ਵੀ ਗੁਰੂ ਨੇ ਕਿਰਪਾ ਕਰਨੀ, ਫਿਰ ਆਪਾਂ ਕਰਨਾ ਹੀ ਕੀ ਹੈ? ਫਿਰ ਮੌਜ ਕਰੋ, ਉਹਨੇ ਹੀ ਕਰਨੀ ਹੈ। ਤੇ ਜੇ ਕਹਿ ਦਈਏ ਵੀ ਆਪ ਕੀਤੇ ਹੀ ਹੋਣਾ, ਫਿਰ ਆਪਣੇ ਹੰਕਾਰ ਨਾਲ ਕਰੇਗਾ, ਫਿਰ ਗੁਰੂ ਨੂੰ ਉਡੀਕਦਾ ਹੀ ਨਹੀਂ। ਉਹ ਵੀ ਗੱਲ ਗਲਤ ਹੈ। ਤਾਂ ਦੋਵਾਂ ਵਿੱਚੋਂ ਇੱਕ ਤੀਜੀ ਦਸ਼ਾ ਹੈ, ਜਿੱਥੇ ਸਿੱਖ ਕਰਦਾ ਵੀ ਏ ਤੇ ਉਡੀਕ ਕਿਰਪਾ ਦੀ ਰੱਖਦਾ ਹੈ, ਉਹਦੇ ਵਿੱਚ ਰਵੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਇਹ ਕਿਹਨਾਂ ਕੋਲ ਆਉਂਦਾ? ਕਹਿਣ ਲੱਗੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਕਈ ਜੁਗਤਾਂ ਐਸੀਆਂ ਨੇ ਜਿਹੜੀਆਂ ਤੁਸੀਂ ਪੜ੍ਹੋਗੇ ਤੇ ਸਮਝ ਵਿੱਚ ਆ ਜਾਣਗੀਆਂ। ਕਈ ਜੁਗਤੀਆਂ ਐਸੀਆਂ ਨੇ, ਕਈ ਸਵਾਲ ਐਸੇ ਨੇ, ਤੁਹਾਨੂੰ ਕੋਈ ਟੀਚਰ ਬੋਰਡ 'ਤੇ ਲਿਖ ਕੇ ਸਮਝਾ ਦੇਗਾ, ਸਮਝ ਵਿੱਚ ਆ ਜਾਣਗੇ। ਬਈ 2 ਤੇ 2 4 ਤੇ 3 7 ਤੇ 5 12 ਸਮਝ ਆ ਗਈ। ਇਹ ਸਮਝਣ ਵਿੱਚ ਆ ਸਕਦੀਆਂ ਗੱਲਾਂ। ਪਰ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ ਵੀ ਸੁੱਖ ਦੀ ਦੁਨੀਆ, ਆਨੰਦ ਦੀ ਪ੍ਰਾਪਤੀ, ਉੱਥੇ 2 ਤੇ 2 4 ਮੈਂ ਕਹਿੰਦਾ ਹੁੰਦੇ ਹੀ ਨਹੀਂ। ਜਿੱਥੇ 2 ਤੇ 2 4 ਹੋ ਗਿਆ ਉੱਥੇ ਆਨੰਦ ਨਹੀਂ। 2 ਤੇ 2 10 ਹੋਣੇ ਚਾਹੀਦੇ ਨੇ, ਤਾਂ ਆਨੰਦ ਸ਼ੁਰੂ ਹੋਵੇਗਾ। ਹੁਣੇ ਹੋ ਹੀ ਨਹੀਂ ਸਕਦੇ ਉੱਥੇ। ਜਿੱਥੇ ਚੀਜ਼ ਮਿਣੀ ਹੋਈ ਹੈ, ਯਾਨੀ ਕਿ ਬੁੱਧੀ ਨਾਲ ਸੰਬੰਧਿਤ ਹੈ, ਉੱਥੇ ਆਨੰਦ ਦੀ ਉਡੀਕ ਨਾ ਕਰਨਾ। ਉੱਥੇ ਤੇ ਟੱਕਰਬਾਜੀ ਚੱਲੇਗੀ ਅੰਦਰ। ਠੀਕ ਹੈ ਉਹ ਦੁਨੀਆ, ਵੈਸੇ ਇਹ ਨਹੀਂ ਵੀ ਬੁੱਧੀ ਨੂੰ ਛੱਡ ਦੇਣਾ ਸਿੱਖ ਨੇ। ਜ਼ਰੂਰ ਹਿਸਾਬ ਕਿਤਾਬ, ਬਾਣੀ ਪੜ੍ਹਨੀ ਬੁੱਧੀ ਦੁਆਰਾ ਪੜ੍ਹ ਲੈਣੀ ਜ਼ਰੂਰ। ਜਪਜੀ ਸਾਹਿਬ ਸ਼ੁਰੂ ਕੀਤਾ ਤਾਂ ਬੁੱਧੀਮਾਨੀ ਨਾਲ ਪੜ੍ਹੀਏ, ਚੰਗੀ ਗੱਲ ਹੈ, ਰੱਬ ਨੇ ਦਿੱਤੀ ਹੈ। ਚੰਗੀ ਤਰ੍ਹਾਂ ਅੱਖਰ ਬੋਲ ਕੇ ਪੂਰੇ ਵਿਸ਼ਰਾਮ ਲਾ ਕੇ ਪੜ੍ਹੇ ਜਾਣ। ਬੁੱਧੀ ਨਾਲ ਪੜ੍ਹ ਰਹੇ ਸੀ, ਪਰ ਉੱਥੇ ਇੱਕ ਨਾ ਉਡੀਕ ਕਰਨਾ ਵੀ ਇੱਥੇ ਅੰਮ੍ਰਿਤ ਚੜ੍ਹੇਗਾ ਜਾਂ ਇੱਥੇ ਆਨੰਦ ਆ ਜਾਏਗਾ ਜਾਂ ਮਨ ਵਿੱਚ ਕੋਈ ਸੁੱਖ ਦੀ ਦੁਨੀਆ। ਹਾਂ, ਪੜ੍ਹਦਿਆਂ ਪੜ੍ਹਦਿਆਂ ਜੇ ਥੋੜ੍ਹਾ ਜਿਹਾ ਮਨ ਟਿਕਣ ਲੱਗਾ, ਥੋੜ੍ਹੀ ਜਿਹੀ ਬੁੱਧੀ ਪਾਸੇ ਹਟਣ ਲੱਗੀ, ਮਨ ਚੁੱਪ ਹੋਣ ਲੱਗ ਪਿਆ, ਇਹ ਚੇਤਾ ਭੁੱਲ ਗਿਆ ਵੀ ਉਚਾਰਨ ਕਿਵੇਂ ਦਾ ਹੈ, ਵਿਸ਼ਰਾਮ ਕਿੱਥੇ ਹੈ, ਬਸ ਫਿਰ ਉੱਥੇ ਇਹ ਗਲਤੀ ਬੰਦਾ ਕਰਦਾ ਹੈ ਵੀ ਹੁਣ ਅਸੀਂ ਫਿਰ ਵਿਸ਼ਰਾਮ ਧਿਆਨ ਨਾਲ ਲਾਉਣਾ। ਉੱਥੇ ਫਿਰ ਉਹ ਆਨੰਦ ਫਿਰ ਚਲਾ ਜਾਂਦਾ। ਜਦੋਂ ਆਨੰਦ ਆਉਂਦਾ ਉੱਥੇ ਬੁੱਧੀ ਨਹੀਂ ਰਹਿੰਦੀ, ਹਿਸਾਬ ਨਹੀਂ ਹੈ। ਹਿਸਾਬ ਦਾ ਤੇ ਆਨੰਦ ਦਾ ਦੋਵਾਂ ਦਾ ਕੋਈ ਸੁਮੇਲ ਨਹੀਂ।
ਕੋਈ ਸੁਮੇਲ ਨਹੀਂ, ਦੋਵਾਂ ਦਾ ਕੋਈ ਮੇਲ ਹੀ ਨਹੀਂ ਹੈ। ਆਨੰਦ ਤੇ ਆਉਂਦਾ ਹੀ ਉਦੋਂ ਹੈ। ਤੁਸੀਂ ਵੇਖੋ, ਇਹ ਤੇ ਬੜਾ ਵੱਡੀ ਕਿਰਪਾ ਹੈ ਵੀ ਗੁਰੂ ਦੀ ਕਿਰਪਾ ਮਿਲ ਜਾਣੀ, ਆਨੰਦ ਮਿਲ ਜਾਣਾ। ਤੁਸੀਂ ਛੋਟੀਆਂ ਜਿਹੀਆਂ ਗੱਲਾਂ ਵੇਖੋ, ਬੰਦੇ ਨੂੰ ਪਿਆਸ ਲੱਗੀ ਹੋਵੇ ਨਾ ਬੜੀ ਤਿੱਖੀ, ਉਹਦੇ ਸਾਹਮਣੇ ਪਾਣੀ ਆ ਜਾਏ, ਪਾਣੀ ਨੂੰ ਵੇਖਦਾ ਹੈ ਵੀ ਕਿਵੇਂ ਦਾ ਹੈ, ਠੰਡਾ ਹੈ ਕਿ ਗਰਮ, ਉਦੋਂ ਤੱਕ ਬੁੱਧੀ ਕੰਮ ਕਰਦੀ ਹੈ। ਪਰ ਜਦੋਂ ਪਿਆਸੇ ਮੂੰਹ ਵਿੱਚ ਪਾਣੀ ਜਾ ਕੇ ਸਰੀਰ ਵਿੱਚ ਜਾਂਦਾ ਨਾ, ਇੱਕ ਵਾਰੀ ਬੰਦਾ ਅੱਖਾਂ ਬੰਦ ਕਰ ਜਾਂਦਾ, ਬਿਲਕੁਲ ਆਨੰਦ ਵਿੱਚ, ਇੰਨੇ ਰਸ ਵਿੱਚ ਡੁੱਬਦਾ ਵੀ ਉਹਨੂੰ ਚੇਤਾ ਭੁੱਲ ਜਾਂਦਾ। ਬਸ ਵਿੱਚੋਂ ਇੱਕ ਠੰਡਕ ਜੀ ਉਹਦੇ ਮਨ ਵਿੱਚੋਂ ਪੈਦਾ ਹੁੰਦੀ, ਉਦੋਂ ਬੁੱਧੀ ਹਟ ਜਾਂਦੀ ਵਿੱਚੋਂ, ਉਦੋਂ ਆਨੰਦ ਆਉਂਦਾ। ਅਤੇ ਜੇ ਛੋਟੇ ਛੋਟੇ ਸੰਸਾਰ ਦੇ ਕੰਮ, ਉਹਨਾਂ ਵਿੱਚੋਂ ਆਨੰਦ ਉਦੋਂ ਆਉਂਦਾ ਜਦੋਂ ਵਿੱਚੋਂ ਬੁੱਧੀ ਅਤੇ ਹਿਸਾਬ ਕਿਤਾਬ ਖਤਮ ਹੋ ਜਾਏ। ਫਿਰ ਰੱਬ ਦੇ ਘਰ ਦਾ ਆਨੰਦ, ਉੱਥੇ 2 ਤੇ 2 ਜਿੱਦਣ 10 ਹੋਏ ਉਦਣ ਆਨੰਦ ਆਉਣਾ। ਜਿੰਨਾ ਚਿਰ 2 ਤੇ 2 4 ਰਹੇ, ਆਨੰਦ ਦੀ ਉਡੀਕ ਨਾ ਕਰਨਾ। ਹਾਂ, ਪਹਿਲਾਂ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਅਕਲ ਦੀ ਵਰਤੋਂ ਪਹਿਲਾਂ ਕਰਨੀ ਚਾਹੀਦੀ ਧਰਮ ਵਿੱਚ ਜ਼ਰੂਰ। ਪਰ ਸਤਿਗੁਰਾਂ ਨੇ ਅੱਜ ਬਚਨ ਕੀਤੇ, ਮੈਂ ਗੱਲ ਕਰ ਰਿਹਾ ਸੀ, ਉਹ ਜਿਹੜਾ ਹੈ ਬੜਾ ਬੇਅੰਤ। ਹਜ਼ੂਰ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਅਨੇਕੁਲ ਤਰੰਗ ਹੈ, ਤੂੰ ਤਰੰਗਾਂ ਦੇ ਸਰੂਪ ਵਿੱਚ, ਤਰੰਗਾਂ ਦੇ ਰੂਪ ਦੇ ਅੰਦਰ ਫੈਲਿਆ ਹੋਇਆ ਸੰਸਾਰ ਦੇ ਅੰਦਰ, ਕਈ ਤਰੀਕਿਆਂ ਦੇ ਨਾਲ ਵੇਵਜ਼ ਬਣ ਕੇ ਇੱਥੇ ਫਿਰ ਰਿਹਾ, ਆਵਾਜ਼ ਬਣ ਕੇ ਫਿਰ ਰਿਹਾ। ਕਿੰਨੇ ਹੀ ਤੇਰੇ ਸਰੂਪ ਨੇ। ਅਗਲਾ ਬਚਨ ਕੀਤਾ, ਕਹਿੰਦੇ ਅਭੇਦ ਹੈ ਅਭੰਗ ਹੈ। ਅਭੇਦ ਕਹਿੰਦੇ ਨੇ ਜਿਹਦਾ ਭੇਤ ਨਾ ਲੱਗੇ ਵੀ ਕੀ ਕਰਨਾ ਇਸ ਨੇ। ਰੱਬ ਦਾ ਕੋਈ ਭੇਤ ਨਹੀਂ। ਕੋਈ ਕਿੰਨੀ ਵੀ ਭਵਿੱਖਬਾਣੀ ਕਰੇ, ਕੋਈ ਕਿੰਨਾ ਵੀ ਮੌਸਮ ਬਾਰੇ ਕਵੇ ਵੀ ਕੱਲ੍ਹ ਕੀ ਹੋਵੇਗਾ ਜਾਂ ਅਗਲੇ ਸਾਲ, ਕੋਈ ਨਹੀਂ ਭੇਦ ਲੱਭਿਆ। ਕਿਸੇ ਨੇ ਜਾਣੇ ਹੀ ਨਹੀਂ, ਕੱਲ੍ਹ ਬਾਰੇ ਕੋਈ ਨਹੀਂ ਕਹਿ ਸਕਦਾ। ਜਿਨ੍ਹਾਂ ਨੂੰ ਪੂਰਾ ਪਤਾ ਲੱਗਾ, ਉਹਦੇ ਤੋਂ ਪਹਿਲਾਂ ਉਹਨਾਂ ਨੂੰ ਰੱਬ ਨੇ ਚੁੱਪ ਕਰਾ ਦਿੱਤਾ ਵੀ ਤੁਸੀਂ ਨਹੀਂ ਬੋਲਣਾ। ਜਿਨ੍ਹਾਂ ਨੂੰ ਪੂਰਾ ਲੱਗ ਗਿਆ ਨਾ ਪਤਾ, ਤਾਂ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪੁੱਛਦੇ ਹੋ ਵੀ ਇਹਦਾ ਜਵਾਬ ਦਿਓ, ਇਹ ਗੱਲ ਕਿਵੇਂ ਹੈ, ਨਾ ਤੇ ਉਹ ਇਹ ਕਹਿਣਗੇ ਵੀ ਮੈਨੂੰ ਪਤਾ ਨਹੀਂ, ਨਾ ਦੱਸਣਗੇ ਉਹਦਾ ਕੀ ਅਰਥ ਹੋਵੇਗਾ। ਇਹ ਵੀ ਨਹੀਂ ਕਹਿਣਗੇ ਵੀ ਪਤਾ ਨਹੀਂ, ਕਿਉਂਕਿ ਪਤਾ ਹੈ। ਜੇ ਕਹਿਣਗੇ ਪਤਾ ਨਹੀਂ ਤੇ ਝੂਠ ਹੈ। ਪਰ ਦੱਸਣਗੇ ਵੀ ਨਹੀਂ। ਇਹ ਐਸੀ ਦੁਨੀਆ ਹੈ, ਕਿਉਂਕਿ ਜਿਸ ਰੱਬ ਨਾਲ ਜੁੜੇ ਨੇ ਉਹ ਆਪ ਵੀ ਅਭੇਦ ਹੈ। ਭੇਤ ਨਹੀਂ ਆਉਂਦਾ ਉਸ ਨੂੰ ਕਿਸ ਦਾ, ਉਹਦਾ ਕੋਈ ਅੰਦਰ ਦੀ ਉਹਦੀ ਦਸ਼ਾ ਨੂੰ ਜਾਣ ਨਹੀਂ ਸਕਦਾ ਵੀ ਉਹ ਕੀ ਕਰਨਾ ਚਾਹੁੰਦਾ, ਕੀ ਕਰੇਗਾ, ਕਿਵੇਂ ਹੈ, ਕੱਲ੍ਹ ਨੂੰ ਕੀ ਕਰਨ ਵਾਲਾ ਹੈ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਇਸ ਕਰਕੇ ਰੱਬ ਕਈ ਵਾਰੀ ਸੰਸਾਰ ਵਿੱਚ ਬੰਦੇ ਦੇ ਦਿਮਾਗ ਨੂੰ ਤੋੜਨ ਵਾਸਤੇ ਨਾ, ਇਹਦੀ ਧਾਰਨਾ ਨੂੰ, ਜਿਹੜਾ ਇਹਦਾ ਦੁੱਖ ਹੈ ਵੀ ਇਹਦੀਆਂ ਫਿਕਸ ਚੀਜ਼ਾਂ ਨੂੰ ਮੈਂ ਭੰਨ ਦਿਆਂ, ਜੇ ਇਹਨੂੰ ਪਤਾ ਲੱਗ ਜਾਏ ਵੀ ਜ਼ਿੰਦਗੀ ਕੀ ਹੈ, ਤਾਂ ਤੁਸੀਂ ਕਈ ਵਾਰੀ ਵੇਖੋਗੇ ਵੀ ਰੱਬ ਆਪਣੇ ਹੀ ਬਣਾਏ ਨਿਯਮ ਨੂੰ ਕਈ ਵਾਰੀ ਆਪ ਦੁਨੀਆ ਵਿੱਚ ਤੋੜਦਾ ਹੈ, ਤੁਹਾਡੇ ਸਾਹਮਣੇ ਤੋੜਦਾ ਹੈ। ਨਿਯਮ ਉਹਨੇ ਇਹ ਬਣਾਇਆ ਸੀ ਵੀ ਇੱਕ ਬੰਦਾ, 2 ਸਰੀਰ ਨੇ, ਇੱਕ ਬੱਚਾ ਪੈਦਾ ਹੋਵੇਗਾ, ਪਰ ਕਿਤੇ 1000-2000 ਪਿੱਛੇ ਉਹ ਇਸ ਨਿਯਮ ਨੂੰ ਤੋੜ ਦਿੰਦਾ ਹੈ। ਇੱਕ ਦੇ ਥਾਂ ਤੇ 2 ਪੈਦਾ ਹੋ ਜਾਂਦੇ ਨੇ। ਕਿਉਂ ਕੀਤਾ? ਕੀ ਲੋੜ ਪੈ ਗਈ? ਤਾਂ ਕਿ ਇਸ ਨਾ ਸਮਝ ਬੰਦੇ ਦੀ ਨੂੰ ਪਤਾ ਲੱਗ ਜਾਏ ਵੀ ਰੱਬ ਇੰਨਾ ਬੇਅੰਤ ਹੈ, ਉਹ 1 ਵੀ ਪੈਦਾ ਕਰ ਸਕਦਾ, ਉਹ 2 ਵੀ ਕਰ ਸਕਦਾ, ਉਹ 4 ਵੀ ਕਰ ਸਕਦਾ, ਉਹ ਮਿੱਟੀ ਵਿੱਚ ਵੀ ਜਾਨ ਪਾ ਸਕਦਾ, ਉਹ ਜਿਉਂਦਿਆਂ ਨੂੰ ਵੀ ਮੁਰਦਾ ਕਰ ਸਕਦਾ। ਇੰਨੀ ਉਹਦੇ ਵਿੱਚ ਉਥਲ ਪੁਥਲ ਕਰਨ ਦੀ ਸ਼ਕਤੀ ਹੈ। ਗੁਰਬਾਣੀ ਵਿੱਚ ਕਈ ਤੁਸੀਂ ਇਸ ਤਰ੍ਹਾਂ ਦੇ ਬਚਨ ਪੜ੍ਹੋਗੇ ਜਿਨ੍ਹਾਂ ਦਾ ਕੋਈ ਸੰਬੰਧ ਡਰਾਉਣ ਨਾਲ ਨਹੀਂ। ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ ਕਿਸੇ ਨੂੰ, ਉਹ ਸ਼ਬਦ ਦਾ ਭਾਵ ਇਹ ਹੈ ਕਿ ਜਿੱਥੇ ਸਮੁੰਦਰ ਹੈ ਉੱਥੇ ਧਰਤੀ, ਜਿੱਥੇ ਧਰਤੀ ਹੈ ਰੇਗਿਸਤਾਨ ਹੈ, ਉੱਥੇ ਸਮੁੰਦਰ।
ਜਿੱਥੇ ਪਹਾੜ ਹੈ ਉੱਥੇ ਪ੍ਰਸ਼ਾਂਤ ਮਹਾਸਾਗਰ, ਤੇ ਜਿੱਥੇ ਗੁਰੂ ਕੇ ਸਵਾਰੇ ਉਹ ਸਮੁੰਦਰ ਹੈ ਉੱਥੇ ਪਹਾੜ ਕੱਢ ਦੇਗਾ। ਜਿਹੜੇ ਜੀਵ ਮਾਸ ਖਾਂਦੇ ਉਹਨਾਂ ਨੂੰ ਘਾਹ ਖਵਾ ਸਕਦਾ। ਇਹ ਸਾਰੀਆਂ ਗੱਲਾਂ ਤੁਸੀਂ ਸੁਣੀਆਂ। ਆ ਥੋੜ੍ਹਾ ਜਿਹਾ ਜਾ ਕੇ ਬਾਹਰ ਕੋਈ ਸੇਵਾਦਾਰ ਬਹੁਤ ਹੀ ਸੇਵਾ ਕਰ ਰਿਹਾ, ਆਵਾਜ਼ ਬਹੁਤ ਆ ਰਹੀ ਭਾਂਡਿਆਂ ਦੀ, ਉਹਨਾਂ ਨੂੰ ਥੋੜ੍ਹੀ ਜਿਹੀ ਬੇਨਤੀ ਕਰ ਦਿਓ ਵੀ ਸੇਵਾ ਕਰਨੀ, ਥੋੜ੍ਹਾ ਜਿਹਾ ਅੰਦਰ ਆਵਾਜ਼ ਨਾ ਆਵੇ। ਤਾਂ ਇਹ ਤਰੀਕਾ ਜਿਹੜਾ ਹੈ ਗੁਰੂ ਕੇ ਸਵਾਰਿਓ ਧਿਆਨ ਦਿਓ, ਇਹ ਉਹਦਾ ਸ਼ਕਤੀ ਦੀ ਇੱਕ ਉਹਦੀ ਪ੍ਰਤੀਕ ਹੈ, ਬੜਾ ਬੇਅੰਤ ਹੈ। ਕਈ ਵਾਰੀ ਅਸੀਂ ਇੱਕ ਧਾਰਨਾ ਦੇ ਪਿੱਛੇ ਲੱਗ ਕੇ ਕਿਸੇ ਕੰਮ ਨੂੰ ਕਰੀ ਜਾਂਦੇ ਹਾਂ ਵੀ ਇਸ ਤਰ੍ਹਾਂ ਇਹ ਗੁਰੂ ਨੇ ਇਸ ਤਰ੍ਹਾਂ ਹੀ ਖੁਸ਼ ਹੋਣਾ, ਪਰ ਨਹੀਂ, ਕੋਈ ਪਤਾ ਨਹੀਂ ਉਹ ਕਿਹੜੇ ਕੰਮ ਤੋਂ ਖੁਸ਼ ਹੋ ਜਾਏ, ਕਿਹੜੇ ਕੰਮ ਨੂੰ ਪ੍ਰਵਾਨ ਵੀ ਨਾ ਕਰੇ, ਜਿੰਨਾ ਮਰਜ਼ੀ ਕਰੋ। ਤਾਂ ਕਬੀਰ ਜੀ ਨੇ ਬਚਨ ਕੀਤਾ ਵੀ ਇਹ ਬਚਨ ਤਾਂ ਕੀਤੇ, ਜਲ ਤੇ ਥਲ ਕਰ ਥਲ ਤੇ ਕੂਆ, ਕੋਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਇਹ ਸਾਰੇ ਕੰਮ ਤਾਂ ਦੱਸੇ ਵੀ ਇਸ ਮਨੁੱਖੀ ਮਨ ਦੇ ਵਿੱਚ ਜਿਹੜੀ ਹੰਕਾਰ ਦੀ ਮਿੱਟੀ ਹੈ ਉਹ ਕਿਤੇ ਖੁਰ ਜਾਏ, ਇਹ ਉਹਦੇ ਅੱਗੇ ਝੁਕ ਜਾਏ ਵੀ ਹੇ ਅਕਾਲ ਪੁਰਖ, ਤੇਰਾ ਕੋਈ ਪਤਾ ਨਹੀਂ, ਤੂੰ ਬੜਾ ਬੇਅੰਤ ਹੈ, ਵੀ ਤੂੰ ਕੀ ਦਾ ਕੀ ਕਰਦਾ ਹੈ। ਤੇ ਇਹਨੂੰ ਥੋੜ੍ਹੀ ਜਿਹੀ ਇਹ ਜਿਹੜੀ ਆ ਗਰਦਨ ਸਿੱਧੀ ਹੈ ਥੋੜ੍ਹੀ ਜਿਹੀ ਇਸ ਤਰ੍ਹਾਂ ਹੋ ਜਾਏ, ਬਸ ਇਹ ਸਵਾਲ ਹੈ। ਸਾਰਾ ਜ਼ੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਗੱਲ ਤੇ ਲਾਇਆ ਹੈ। ਉਹ ਕਿਹੜੀ ਗੱਲ ਤੇ? ਬੰਦੇ ਦੀ ਧਾਰਨਾ ਟੁੱਟੇ, ਇਹਦੀ ਸੋਚ ਅੰਦਰੋਂ ਵਿੱਚੋਂ ਟੁੱਟ ਜਾਏ ਤੇ ਟੁਕੜੇ ਹੋ ਜਾਣ ਵਿੱਚੋਂ, ਇਹਦਾ ਹੰਕਾਰ ਕਿਰ ਜਾਏ ਵਿੱਚੋਂ, ਇਹਨੂੰ ਜਿਉਣ ਦੀ ਜਾਚ ਆ ਜਾਏ। ਕਿਉਂਕਿ ਜਿੰਨਾ ਚਿਰ ਇਹ ਅੰਦਰਲੀ ਬਣੀ ਹੋਈ ਸਾਡਾ ਝੂਠਾ ਗਿਆਨ ਨਹੀਂ ਟੁੱਟਦਾ, ਉਹਨਾਂ ਚਿਰ ਕੋਈ ਸਮਝ ਨਹੀਂ ਆਏਗੀ। ਇਸ ਲਈ ਸਿਆਣਿਆਂ ਨੇ ਇੱਕ ਗੱਲ ਕਹੀ ਹੈ, ਕਿੰਨਾ ਚੰਗਾ ਹੁੰਦਾ ਮਨੁੱਖ ਪੜ੍ਹਦਾ ਨਾ। ਇਹਨੂੰ ਬਹੁਤੀ ਸਮਝ ਨਾ ਆਉਂਦੀ, ਕਿਉਂਕਿ ਜਿਹਨੂੰ ਸਮਝ ਨਹੀਂ ਆਈ ਉਹ ਗੁਰੂ ਦੀ ਗੱਲ ਜਲਦੀ ਸਮਝ ਜਾਂਦਾ ਹੈ। ਜਿਨ੍ਹਾਂ ਨੇ ਸੰਸਾਰ ਨੂੰ ਬਹੁਤਾ ਸਮਝ ਲਿਆ, ਫਿਰ ਗੁਰੂ ਸਮਝਾਉਂਦਾ, ਉਹਨਾਂ ਦੇ ਅੰਦਰ ਗੱਲ ਨਹੀਂ ਜਾਂਦੀ, ਕਿਉਂਕਿ ਸਮਝ ਨੇ ਅੱਗੇ ਵੱਡੇ ਵੱਡੇ ਦਰਵਾਜ਼ੇ ਬਣਾ ਦਿੱਤੇ, ਵੱਡੀ ਵੱਡੀ ਰੁਕਾਵਟ ਲਾ ਦਿੱਤੀ ਅੱਗੇ, ਫਿਰ ਉਹ ਸਮਝਦੇ ਨਹੀਂ। ਇਸ ਕਰਕੇ ਗੱਲ ਬਹੁਤ ਪੱਕੀ ਏ। ਮੈਨੂੰ ਇੱਕ ਦਿਨ ਇਹ ਗੱਲ ਸਮਝ ਆਈ, ਜਦੋਂ ਕੋਈ ਇੱਕ ਸੱਜਣ ਕਿਸੇ ਕੈਸਟ ਦੇ ਅੰਦਰ ਉਹਦੀ ਐਡੀਟਿੰਗ ਕਰ ਰਿਹਾ ਸੀ, ਬਣਾ ਰਿਹਾ ਸੀ, ਅਤੇ ਉਹਦੀ ਆਵਾਜ਼ ਦੇ ਅੰਦਰ ਉਸ ਕਥਾ ਦੇ ਵਿੱਚ ਕੋਈ ਹੋਰ ਚੀਜ਼ਾਂ ਭਰੀਆਂ ਹੋਈਆਂ ਸਨ ਬਾਹਰਲੀਆਂ। ਜਿਵੇਂ ਆਪਾਂ ਹੁਣ ਕਥਾ ਕਰ ਰਹੇ ਹਾਂ ਅਤੇ ਬਾਹਰਲੀ ਆਵਾਜ਼ ਵਿੱਚ ਆ ਜਾਏਗੀ, ਭਰੀ ਜਾਏਗੀ। ਮੈਂ ਉਹਨੂੰ ਕਿਹਾ ਵੀ ਇਹਦੀ ਵਿਚਲੀ ਆਵਾਜ਼ ਕੱਢ, ਜਿਹੜੀ ਡਿਸਟਰਬ ਕਰਦੀ, ਜਿਹੜੀ ਬਾਹਰੋਂ ਪੈ ਗਈ ਇਹਦੇ ਵਿੱਚ। ਉਹਨੇ ਮੈਨੂੰ ਇੱਕ ਗੱਲ ਬੜੀ ਪਿਆਰੀ ਕਹੀ, ਕਹਿਣ ਲੱਗਾ ਜੀ ਜਿਹੜੀ ਆਵਾਜ਼ ਪਹਿਲਾਂ ਪੈ ਚੁੱਕੀ ਹੈ ਉਹਨੂੰ ਵਿੱਚੋਂ ਕੱਢਣਾ ਬੜਾ ਔਖਾ ਹੈ, ਹੋਰ ਪਾਣੀ ਹੋਵੇ ਤਾਂ ਬੜੀ ਜਲਦੀ ਪੈ ਜਾਂਦੀ ਹੈ। ਮੈਨੂੰ ਗੱਲ ਇੱਕ ਸਮਝ ਆ ਗਈ। ਮੈਂ ਕਿਹਾ ਵੀ ਬੰਦੇ ਨੇ ਜੋ ਕੁਝ ਆਪਣੇ ਅੰਦਰ ਪਹਿਲਾਂ ਪਾਇਆ ਨਾ ਗਿਆਨ, ਉਹਨੂੰ ਕੱਢਣਾ ਵਿੱਚੋਂ ਬੜਾ ਹੀ ਔਖਾ ਹੈ, ਉਹ ਨਿਕਲਦਾ ਨਹੀਂ। ਅਤੇ ਨਵਾਂ ਪਾਉਣਾ ਬੜਾ ਸੌਖਾ ਹੈ, ਭਾਵੇਂ ਤੁਸੀਂ ਸੜਕ ਦੇ ਕਿਨਾਰੇ ਲੰਘਦੇ ਲੰਘਦੇ ਕਿੰਨਾ ਗਿਆਨ ਕੂੜਾ ਕਰਕਟ ਦਿਮਾਗ ਵਿੱਚ ਭਰ ਲਓ, ਪਰ ਜਿੱਦਣ ਇਹਨੂੰ ਕੱਢਣਾ ਪਿਆ ਨਾ, ਵਿੱਚੋਂ ਨਿਕਲੇਗਾ ਨਹੀਂ। ਉਹਨੇ ਅੜ ਜਾਣਾ ਅੱਗੇ, ਗੁਰੂ ਨੂੰ ਸੁਣਨ ਨਹੀਂ ਦੇਣਾ, ਉਸਨੇ ਸਮਝ ਨਹੀਂ ਆਉਣ ਦੇਣੀ, ਰੁਕਾਵਟ ਬਣ ਕੇ ਖੜਾ ਹੋ ਜਾਏਗਾ। ਇਸ ਕਰਕੇ ਕੱਢਣਾ ਬੜਾ ਔਖਾ ਹੈ। ਗੁਰੂ ਸਾਹਿਬ ਨੇ, ਕਲਗੀਧਰ ਪਾਤਸ਼ਾਹ ਨੇ ਜਿੱਦਣ 1999 ਵਾਲੇ ਦਿਨ ਇੱਕ ਕੌਤਕ ਵਰਤਾਇਆ ਸੀ ਵੀ ਤਲਵਾਰ ਫੜ ਕੇ ਸਟੇਜ 'ਤੇ ਖੜੇ ਹੋ ਗਏ ਸਿੱਖ, ਹੈਰਾਨ ਪਰੇਸ਼ਾਨ ਵੀ ਅੱਜ ਤੱਕ ਗੁਰੂ ਨਾਨਕ ਦੇ ਘਰ ਵਿੱਚ ਇਹ 200 ਸਾਲ ਤੋਂ ਵੇਖਿਆ ਨਹੀਂ ਸੀ ਵੀ ਗੁਰੂ ਨੇ ਤਲਵਾਰ ਕੱਢ ਲਈ ਹੋਵੇ ਅਤੇ ਕਵੇ ਵੀ ਕੋਈ ਸਿੱਖ ਲਿਆਓ, ਮੈਂ ਉਹਦੀ ਗਰਦਨ ਕੱਟਣੀ, ਉਹਦਾ ਸਿਰ ਲਾਉਣਾ ਹੈ। ਹਫਰਾ ਦਫਰੀ ਮਚ ਗਈ, ਦੌੜ ਭੱਜ ਸ਼ੁਰੂ ਹੋ ਗਈ।
ਆਖਰ ਪੰਜਾਂ ਨੇ ਆਪਣਾ ਸਰੀਰ ਭੇਟ ਕੀਤਾ, ਸਿਰ ਦਿੱਤੇ, ਕੱਟੇ ਗਏ, ਜਿੰਦਾ ਕੀਤੇ ਗਏ, ਸਭ ਕੁਝ ਹੋਇਆ। ਤਾਂ ਜਦੋਂ ਇੰਨਾ ਕੁਝ ਹੋਇਆ ਤੇ ਬਾਅਦ ਵਿੱਚ ਸਿੱਖਾਂ ਨੇ ਪੁੱਛਿਆ, ਮਹਾਰਾਜ ਅੰਮ੍ਰਿਤ ਸਿੱਧਾ ਪਿਆ ਦਿੰਦੇ, ਸਿਰ ਕਿਉਂ ਜੇ ਲੈ ਜੇ? ਕਹਿਣ ਲੱਗੇ ਵੀ ਨਵਾਂ ਮਕਾਨ ਬਣਾਉਣਾ ਹੋਵੇ ਨਾ ਜਿਹੜੀ ਥਾਂ ਦੇ ਉੱਤੇ, ਪਹਿਲੇ ਨੂੰ ਢਾਉਣਾ ਪੈਂਦਾ, ਤੋੜਨਾ ਪੈਂਦਾ। ਕਹਿਣ ਲੱਗੇ ਹਾਂ। ਕਹਿੰਦੇ ਬਸ ਗੱਲ ਇੰਨੀ ਹੈ, ਜੇ ਕੋਈ ਬੰਦਾ ਕਵੇ ਬਈ ਮੇਰੇ ਇਸ ਪੁਰਾਣੇ ਪਲਾਟ ਦੇ ਅੰਦਰ, ਪੁਰਾਣੇ ਘਰ ਵਿੱਚ ਜਿਹੜਾ ਟੁੱਟਾ ਖੁੱਸਿਆ ਹੋਇਆ ਹੈ, ਨਵਾਂ ਵੀ ਬਣਾ ਦਿਓ ਤੇ ਪਿਛਲਾ ਵੀ ਨਹੀਂ ਢਾਉਣਾ, ਕਿਵੇਂ ਬਣੇਗਾ? ਹਜ਼ੂਰ ਨੇ ਕਿਹਾ ਬਸ ਮੈਂ ਸਿਰ ਤਾਂ ਹੀ ਵੱਡੇ ਨੇ, ਇਹਦਾ ਮਤਲਬ ਇਹ ਹੈ ਵੀ ਜੇ ਤੂੰ ਮੇਰੇ ਕੋਲ ਆਉਣਾ ਹੈ ਤੇ ਮੈਂ ਪਿਛਲਾ ਤੇਰਾ ਸਭ ਕੁਝ ਢਾ ਦੇਣਾ ਹੈ। ਜੇ ਤੂੰ ਪਿਛਲਾ ਰਹਿ ਗਿਆ ਫਿਰ ਨਵਾਂ ਨਹੀਂ ਤੇਰਾ ਜ਼ਿੰਦਗੀ ਦਾ ਮਹਿਲ ਬਣਨਾ। ਤਾਂ ਪੁਰਾਣਾ ਜਿਹੜਾ ਬਣਿਆ ਜ਼ਿੰਦਗੀ ਦਾ ਤੋੜਨਾ ਬੜਾ ਔਖਾ ਹੈ। ਬੰਦੇ ਦੀ ਫਿਤਰਤ ਇਹ ਹੈ ਮੈਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਵੀ ਰਵਾਂ ਤੇ ਮੈਨੂੰ ਉਹ ਕਿਰਪਾ ਵੀ ਮਿਲ ਜਾਏ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ। ਬੜੇ ਆਪਾਂ ਕਹਿੰਦੇ ਹਾਂ, ਹੁੰਦਾ ਨਹੀਂ ਇਸ ਤਰ੍ਹਾਂ ਜੀ। ਦੱਸੋ ਕੋਈ ਸ਼ਬਦ ਕਿੰਨੇ ਘੰਟੇ ਲਾਈਏ, ਕਿੰਨਾ ਚਿਰ ਲਾਈਏ ਬਈ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਹੈ ਬਈ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉਹ ਆਨੰਦ ਮੈਨੂੰ ਮਿਲ ਜਾਏ। ਤਾਂ ਕੋਈ ਤਰੀਕਾ ਹੋਵੇ, ਕਿੰਨੇ ਚਿਰ 'ਚ ਹੋਵੇਗਾ? ਮੈਂ ਕਿਹਾ ਵੀ ਜਿੰਨੇ ਚਿਰ ਮਰਜ਼ੀ ਲਾਓ, ਇਸ ਤਰ੍ਹਾਂ ਨਹੀਂ ਹੋਣਾ। ਗੱਲ ਇਹ ਹੈ, ਇੱਕ ਗੱਲ ਰਹਿਣੀ ਹੈ, ਜਾਂ ਤੇ ਆਪਣੀ ਮੱਤ ਧਾਰਨ ਕਰ ਲਓ ਤੇ ਜਾਂ ਗੁਰੂ ਦੀ, ਦੋ ਨਹੀਂ ਚੱਲਣੀਆਂ। ਜੇ ਤੁਸੀਂ ਆਪਣੀ ਵਿੱਚ ਰੱਖਣੀ ਹੈ ਗੁਰੂ ਦੀ ਨੇ ਕੰਮ ਨਹੀਂ ਕਰਨਾ। ਤਾਂ ਸਾਡੀ ਇੱਕ ਇਹ ਕਮਜ਼ੋਰੀ ਕਹਿ ਲਓ, ਅਸੀਂ ਕਹਿੰਦੇ ਹਾਂ ਵੀ ਪਿਛਲਾ ਵੀ ਸਾਡਾ ਸੁਭਾਅ ਜਿਹੜਾ ਜੋ ਕੁਝ ਹੈ ਉਸੇ ਤਰ੍ਹਾਂ ਹੀ ਰਵੇ, ਅਸੀਂ ਉਹ ਵੀ ਨਹੀਂ ਛੱਡਣਾ। ਬੋਲਣਾ ਚੱਲਣਾ ਵੀ ਉਸ ਤਰ੍ਹਾਂ ਹੀ ਰੱਖਣਾ ਹੈ, ਖਾਣਾ ਪੀਣਾ ਵੀ ਉਸ ਤਰ੍ਹਾਂ ਹੀ ਰੱਖਣਾ ਹੈ, ਕੰਮ ਕਾਰ ਆਦਤਾਂ ਵੀ ਪੁਰਾਣੀਆਂ ਸਾਰੀਆਂ ਹੀ ਰੱਖਣੀਆਂ ਨੇ ਸਾਂਭ ਕੇ, ਕਿਉਂਕਿ ਬੜੇ ਜਨਮਾਂ ਦਾ ਪੁਰਾਣਾ ਖਜ਼ਾਨਾ ਹੈ। ਉਹਨਾਂ ਨਾਲ ਦੋਸਤੀ ਕਿਉਂ ਤੋੜੀਏ, ਕਿਉਂ ਛੱਡੀਏ ਉਸ ਨੂੰ? ਪੁਰਾਣਾ ਵੀ ਨਹੀਂ ਛੱਡਣਾ ਤੇ ਨਵੇਂ ਵੀ ਸਾਨੂੰ ਬਣਾ ਦਿਓ, ਨਹੀਂ ਬਣਦਾ ਇਸ ਤਰ੍ਹਾਂ। ਜਿੰਨਾ ਚਿਰ ਅੰਦਰੋਂ ਨਹੀਂ ਟੁੱਟਦਾ, ਤੇ ਹਜ਼ੂਰ ਨੇ ਬਚਨ ਕੀਤੇ ਅੰਦਰ ਕਿਵੇਂ ਟੁੱਟੇਗਾ? ਰੱਬ ਦੇ ਕਾਰਨਾਮਿਆਂ ਨੂੰ ਗੁਰੂ ਕੋਲੋਂ ਸੁਣ ਵੀ ਕਿੰਨਾ ਬੇਅੰਤ ਹੈ। ਉਹਦੀ ਸ਼ਕਤੀ ਨੂੰ ਜਦੋਂ ਤੂੰ ਵੇਖੇਗਾ ਨਾ, ਉਦੋਂ ਤੂੰ ਉਹਦੇ ਅੱਗੇ ਛੋਟਾ ਜਿਹਾ ਕਣ ਰਹਿ ਜਾਏਗਾ, ਛੋਟਾ ਜਿਹਾ। ਹੰਕਾਰ ਦੇ ਟੁੱਟਣ ਦਾ ਇੱਕੋ ਹੀ ਤਰੀਕਾ ਹੈ, ਛੋਟਾ ਜਿਹਾ ਲੱਗੇਗਾ। ਇਸ ਲਈ ਜਿਹੜੇ ਹੰਕਾਰੀ ਲੋਕ ਨੇ ਨਾ, ਉਹ ਸੁਣਦੇ ਨਹੀਂ। ਇੱਕ ਉਹਨਾਂ ਦੀ ਨਿਸ਼ਾਨੀ, ਹੰਕਾਰੀ ਨਹੀਂ ਸੁਣੇਗਾ। ਕਿਉਂਕਿ ਜਦੋਂ ਸੁਣੇਗਾ ਤੇ ਉਹਦੇ ਤੋਂ ਉੱਚੀ ਲੈਵਲ ਦੀ ਗੱਲ ਆਵੇਗੀ, ਉਹ ਸੁਣਨ ਨੂੰ ਹੰਕਾਰ ਤਿਆਰ ਨਹੀਂ ਹੁੰਦਾ। ਮੇਰੇ ਤੋਂ ਵੱਡਾ ਵੀ ਹੋ ਸਕਦਾ ਕੋਈ। ਹੰਕਾਰ ਬਹੁਤ ਵੱਡਾ ਹੈ, ਕਿੰਨੀ ਤਰ੍ਹਾਂ ਦਾ ਹੰਕਾਰ ਹੈ। ਹੰਕਾਰ ਇੰਨਾ ਵੱਡਾ ਵੀ ਜੇ ਸੇਵਾ ਵੀ ਕੀਤੀ ਤੇ ਤਾਂ ਵੀ ਗੁਰੂ ਦੀ ਪਰਵਾਹ ਨਹੀਂ ਕਰਨੀ। ਨਾ ਗੁਰੂ ਦੀ ਪਰਵਾਹ, ਨਾ ਗੁਰੂ ਦੀ ਸੰਗਤ ਦੀ ਪਰਵਾਹ। ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਨਾ ਹੋਵੇ ਸੇਵਾ ਕੀਤੀ ਹੋਰ ਪਾਸੇ ਕਿਤੇ ਲੱਗ ਜਾਏ। ਭੈ ਵਿੱਚ ਨਹੀਂ ਹੈ, ਅਦਬ ਵਿੱਚ ਨਹੀਂ ਹੈ, ਡਰ ਵਿੱਚ ਨਹੀਂ ਹੈ। ਇਹ ਤੇ ਰਸਤਾ ਹੀ ਡਰਦਾ ਹੈ। ਭਾਈ ਨੰਦ ਲਾਲ ਜੀ ਨੇ ਪੁੱਛਿਆ ਸੀ ਕਲਗੀਆਂ ਵਾਲੇ ਨੂੰ ਕਿ ਸਾਧਕ ਵਾਸਤੇ ਸਭ ਤੋਂ ਵੱਡਾ ਰੱਬ ਦੇ ਇਸ਼ਕ ਦੇ ਰਾਹ ਦੇ ਉੱਤੇ ਪਰਹੇਜ਼ ਕਿਹੜਾ ਹੈ? ਬੜੇ ਪਰਹੇਜ਼ ਰੱਖਣੇ ਪੈਂਦੇ ਨੇ। ਕਿਹੜਾ ਪਰਹੇਜ਼ ਹੈ ਮੈਨੂੰ ਦੱਸੋ? ਬੜੇ ਪਰਹੇਜ਼ ਨੇ। ਆਹ ਤੇ ਬਾਹਰਲੇ ਨਸ਼ਾ ਨਹੀਂ ਕਰਨਾ, ਇਹ ਝੂਠ ਨਹੀਂ ਬੋਲਣਾ, ਹੋਰ ਬੜੇ ਪਰਹੇਜ਼ ਨੇ। ਮੈਨੂੰ ਕੋਈ ਇੱਕ ਵੱਡਾ ਪਰਹੇਜ਼ ਦੱਸੋ। ਤੇ ਸਤਿਗੁਰਾਂ ਨੇ ਬਚਨ ਕੀਤਾ, ਨੰਦ ਲਾਲ ਜੀ, ਰੱਬ ਤੇ ਰਾਹ ਤੇ ਤੁਰਨ ਵਾਲਿਆਂ ਦਾ ਸਭ ਤੋਂ ਵੱਡਾ ਪਰਹੇਜ਼ ਹੈ ਅੱਠੇ ਪੈਰ ਅਦਬ ਵਿੱਚ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਭੈ ਵਿੱਚ ਤੁਰਨਾ, ਬੇਪਰਵਾਹ ਨਹੀਂ ਹੋਣਾ, ਝੁਕ ਕੇ ਤੁਰਨਾ। ਬਾਬਾ ਫਰੀਦ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਪੈਰੀ ਥੱਕਾਂ ਸਿਰ ਜੁਲਾਂ। ਸਿਰ ਜੁਲਾਂ ਦਾ ਮਤਲਬ ਹੈ ਸਿਰ ਨਾਲ ਤੁਰਨਾ, ਸਿਰ ਪਰਨੇ ਹੋ ਕੇ ਤੁਰਨਾ। ਸਿਰ ਪਰਨੇ ਹੋ ਕੇ ਤੁਰਨ ਦਾ ਮਤਲਬ ਹੈ ਸਿਰ ਨੀਵਾਂ ਕਰਕੇ ਤੁਰਨਾ,
ਅਦਬ ਨਾਲ ਤੁਰਨਾ, ਪਿਆਰ ਨਾਲ ਤੁਰਨਾ। ਤਾਂ ਜਦੋਂ ਜੇ ਅਸੀਂ ਆਪਣੇ ਹੰਕਾਰ ਨੂੰ ਛੋਟਾ ਕਰਨਾ ਹੈ ਤਾਂ ਉਹਦਾ ਤਰੀਕਾ ਕੀ ਹੈ? ਆਪਣੇ ਤੋਂ ਵੱਡੇ ਲੋਕਾਂ ਦੀ ਸੰਗਤ ਕਰੋ, ਜਿਹੜੇ ਸਾਡੇ ਤੋਂ ਅੱਗੇ ਚਲੇ ਗਏ ਨੇ ਉਹਨਾਂ ਦੀ ਸੰਗਤ ਕਰੋ। ਜੇ ਆਪਣੇ ਹੰਕਾਰ ਨੂੰ ਵੱਡਾ ਕਰਨਾ ਹੈ ਫਿਰ ਕੀ ਕਰੋ? ਆਪਣੇ ਤੋਂ ਵੱਡਿਆਂ ਨੂੰ ਇਨਕਾਰ ਕਰ ਦਿਓ ਵੀ ਉਹ ਵੀ ਹੈਨ। ਫਿਰ ਤੁਸੀਂ ਗੁਰੂ ਕੇ ਸਵਾਰਿਓ ਆਪਣੇ ਤੋਂ ਛੋਟਿਆਂ ਦੀ ਸੰਗਤ ਕਰੋ। ਫਿਰ ਹੰਕਾਰ ਵੱਡਾ ਹੋਵੇਗਾ ਵੀ ਮੈਂ ਸਭ ਤੋਂ ਵੱਡਾ। ਤੇ ਜਦੋਂ ਵੱਡਿਆਂ ਦੇ ਸਾਹਮਣੇ ਜਾਵਾਂਗੇ, ਗੁਰੂ ਦੇ ਸਾਹਮਣੇ ਆਉਣ ਦਾ ਹੀ ਮਤਲਬ ਹੈ ਉਹਦੇ ਸਾਹਮਣੇ ਆਪਾਂ ਜਾਈਏ ਤੇ ਪ੍ਰਤੀਤ ਹੋਵੇ ਗੁਰੂ ਦੀ ਗੱਲ ਸੁਣ ਕੇ ਵੀ ਜਿਹੜਾ ਮੈਂ ਆਪਣੇ ਆਪ ਨੂੰ ਸਮਝ ਕੇ ਤੁਰਿਆ, ਮੈਂ ਤਾਂ ਇਸ ਤਰ੍ਹਾਂ ਲੱਗਣਾ ਜਿਵੇਂ ਇੱਕ ਪਾਸੇ ਦੁਪਹਿਰ ਚੜ੍ਹੀ ਸੀ, ਕਿਸੇ ਮੂਰਖ ਨੇ ਦੀਵਾ ਬਾਲ ਲਿਆ ਦੁਪਹਿਰ ਚੜ੍ਹੀ ਹੋਈ ਧੁੱਪ ਦੇ ਅੰਦਰ। ਉਹਨੇ ਦੀਵਾ ਬਾਲਿਆ, ਦੀਵਾ ਬਾਲ ਕੇ ਪੜਨ ਲੱਗ ਪਿਆ। ਕੋਲੋਂ ਕੋਈ ਲੰਘਿਆ ਵੀ ਤੂੰ ਦੁਪਹਿਰੀ ਸ਼ਿਖਰ ਦੁਪਹਿਰ ਦੀਵਾ ਬਾਲ ਕੇ ਬੈਠਾ ਹੈ। ਕਹਿਣ ਲੱਗਾ ਮੈਂ ਦੀਵੇ ਦੇ ਚਾਨਣ ਵਿੱਚ ਪੜ ਰਿਹਾ। ਉਹਨੇ ਕਿਹਾ ਦੀਵੇ ਦਾ ਚਾਨਣ ਤੇ ਇੱਥੇ ਲੱਗਦਾ ਹੀ ਨਹੀਂ, ਇਹ ਤੇ ਸੂਰਜ ਇੰਨਾ ਤੇਜ਼, ਤੇਰੇ ਦੀਵੇ ਦਾ ਚਾਨਣ ਜਾਂਦਾ ਹੀ ਕਿਸੇ ਪਾਸੇ ਨਹੀਂ। ਉਹਨੇ ਕਿਹਾ ਨਹੀਂ, ਮੈਂ ਨਹੀਂ ਮੰਨਣਾ, ਮੇਰੇ ਦੀਵੇ ਦਾ ਹੀ ਚਾਨਣ ਹੈ। ਇੱਥੋਂ ਤੱਕ ਉਹਨੂੰ ਭਰਮ ਪੈ ਗਿਆ, ਕਹਿੰਦਾ ਸੂਰਜ ਤੇ ਵੈਸੇ ਹੀ ਉੱਤੇ ਖੜਾ, ਚਾਨਣ ਤੇ ਮੇਰੇ ਦੀਵੇ ਦੇ ਸਾਰੇ ਬ੍ਰਹਿਮੰਡ ਵਿੱਚ ਜਾ ਰਿਹਾ। ਹੰਕਾਰ ਆਪਣੀ ਕਲਪਨਾ ਕਰ ਲੈਂਦਾ, ਘਾੜਤ ਬਣਾ ਲੈਂਦਾ। ਤੇ ਗੁਰੂ ਅੱਗੇ ਆ ਕੇ ਬਹਿਣ ਦਾ ਮਤਲਬ ਕੀ ਹੈ? ਰੱਬ ਦੀ ਉਪਮਾ ਨੂੰ ਸੁਣ ਕੇ, ਉਹਦੇ ਵਡੱਪਣ ਨੂੰ ਸੁਣ ਕੇ, ਉਹਦੇ ਗੁਣਾਂ ਨੂੰ ਸੁਣ ਕੇ ਜਦੋਂ ਬੰਦਾ ਆਪਣੇ ਵੱਲ ਝਾਤੀ ਮਾਰਦਾ ਹੈ ਤੇ ਉਹਦੇ ਮਨ ਵਿੱਚੋਂ ਇੱਕ ਬਚਨ ਨਿਕਲਦਾ ਹੈ, ਹਉ ਨਾਹੀ ਕਿਛ ਮੈਂ ਨਾਹੀ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਹਉ ਨਾਹੀ, ਕੌਣ ਕਵੇਗਾ ਵੀ ਮੈਂ ਕੁਝ ਵੀ ਨਹੀਂ, ਜਿਹਨੂੰ ਆਪਣੇ ਤੋਂ ਵੱਡਾ ਕਿਤੇ ਦਿਸ ਪਿਆ। ਫਿਰ ਕਹੇਗਾ ਕਿਛ ਮੈਂ ਨਾਹੀ, ਕਿਛ ਆਹੇ ਨਾ ਮੋਰਾ, ਮੇਰਾ ਹੈ ਹੀ ਕੁਝ ਨਹੀਂ। ਇਹ ਕੌਣ ਕਵੇਗਾ? ਜਿਹੜਾ ਗੁਰੂ ਦੇ ਸਾਹਮਣੇ ਬੈਠਾ ਤੇ ਉਹਦੇ ਪ੍ਰਕਾਸ਼ ਨੂੰ ਵੇਖ ਕੇ ਫਿਰ ਆਪਣੇ ਵੱਲ ਵੇਖਿਆ ਵੀ ਮੈਂ ਤਾਂ ਐਵੇਂ ਭਰਮ ਬਣਾ ਕੇ ਬੈਠਾ ਸੀ, ਮੇਰੇ ਤੇ ਕੋਲ ਹੈ ਹੀ ਕੁਝ ਨਹੀਂ ਅਜੇ। ਇਸ ਕਰਕੇ ਕਹਿੰਦੇ ਸਿੱਖ ਬਣ। ਸਿੱਖ ਸ਼ਬਦ ਬੜਾ ਪਿਆਰਾ ਹੈ। ਸਿੱਖ ਦਾ ਮਤਲਬ ਕੀ ਹੈ? ਜਦੋਂ ਆਪਾਂ ਸਿੱਖ ਬਣਦੇ ਆ ਨਾ, ਉਦੋਂ ਅੱਧਾ ਹੰਕਾਰ ਤੇ ਉਦੋਂ ਹੀ ਲੈ ਜਾਂਦਾ ਹੈ। ਸਿੱਖ ਦਾ ਮਤਲਬ ਹੁੰਦਾ ਅਜੇ ਮੈਨੂੰ ਪੂਰਾ ਨਹੀਂ ਪਤਾ ਲੱਗਾ, ਮੈਂ ਅਜੇ ਕੁਝ ਪੜ੍ਹਨਾ ਹੈ, ਅੱਧਾ ਤੇ ਉਦੋਂ ਹੀ ਲੈ ਗਿਆ। ਕਈ ਵਾਰੀ ਆਪਾਂ ਗੁਰੂ ਕੋਲ ਵੀ ਸਿੱਖ ਬਣ ਕੇ ਨਹੀਂ ਆਉਂਦੇ, ਆਪਾਂ ਗੁਰੂ ਕੋਲ ਟੀਚਰ ਬਣ ਕੇ ਆਉਂਦੇ ਹਾਂ। ਬਈ ਇਹ ਤਾਂ ਗੱਲਾਂ ਮੈਨੂੰ ਪਹਿਲਾਂ ਹੀ ਪਤਾ ਨੇ, ਆ ਜਿਹੜੀਆਂ ਸੁਣਾ ਰਹੇ। ਮੈਂ ਕਈ ਵਾਰੀ ਵੇਖਣਾ ਬਈ ਦੀਵਾਨ ਸਜਿਆ ਹੋਵੇ ਨਾ, ਕੀਰਤਨ ਹੁੰਦਾ ਹੋਵੇ, ਬਾਣੀ ਪੜ੍ਹੀ ਜਾਂਦੀ ਹੋਵੇ, ਕਥਾ ਹੋਵੇ। ਹੁਣ ਬਾਣੀ, ਕਥਾ ਤੇ ਕੀਰਤਨ ਕਿਸੇ ਬੰਦੇ ਦੀ ਉਪਜ ਨਹੀਂ, ਇਹ ਤੇ ਗੁਰੂ ਦੀ ਗੱਲ ਹੈ। ਬੰਦਾ ਤੇ ਸਿਰਫ ਵਿੱਚ ਪੜ੍ਹਨ ਵਾਲਾ ਹੈ ਨਾ। ਤੇ ਜਿਹੜੇ ਸੱਜਣ ਮੈਂ ਥੋੜ੍ਹੇ ਜਿਹੇ ਚਿਹਰੇ ਵੇਖੇ ਨੇ, ਉਹ ਇਸ ਤਰ੍ਹਾਂ ਦੇ ਵਕਤ ਗੁਰੂ ਦਰਬਾਰ ਵਿੱਚ ਆਉਂਦੇ ਆ। ਜਦੋਂ ਆਉਂਦੇ ਨਾ, ਵੈਸੇ ਤੇ ਆਉਂਦੇ ਹੀ ਨਹੀਂ, ਜੇ ਆ ਜਾਣ ਤੇ ਉਹਨਾਂ ਦੇ ਮੱਥੇ ਦੇ ਉੱਤੇ ਸਾਫ਼ ਲਫ਼ਜ਼ਾਂ ਵਿੱਚ ਇੱਕ ਗੱਲ ਲਿਖੀ ਹੁੰਦੀ ਹੈ। ਉਹ ਇਹ ਗੱਲਾਂ ਤੇ ਕੋਈ ਖਾਸ ਹੈ ਹੀ ਨਹੀਂ ਜਿਹੜੀਆਂ ਇੱਥੇ ਮੈਂ ਤੇ ਇਹਦੇ ਤੋਂ ਜ਼ਿਆਦਾ ਜਾਣਨਾ, ਮੈਂ ਨਹੀਂ ਇਹ ਸੁਣਨੀਆਂ, ਮੱਥਾ ਹੀ ਟੇਕਣਾ, ਬਸ ਚਲੇ ਜਾਣਾ। ਉਹ ਨਹੀਂ ਕਰੇਗਾ, ਸੁਣੇਗਾ ਨਹੀਂ। ਤੇ ਜਿਹਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਹੈ, ਸਭ ਕੁਝ ਜਾਣਦਾ ਵੀ ਹੈ, ਇੱਥੋਂ ਤੱਕ ਜਾਣਦਾ ਵੀ ਲੋਕ ਨੂੰ ਵੀ ਜਾਣਦਾ ਤੇ ਪਰਲੋਕ ਨੂੰ ਵੀ ਜਾਣਦਾ ਹੈ। ਜੇ ਉਹ ਗੁਰੂ ਨਾਨਕ ਦਾ ਸਿੱਖ ਹੋਇਆ ਤੇ ਜਦੋਂ ਆਵੇਗਾ ਉਹਦਾ ਚਿਹਰਾ ਇਸ ਤਰ੍ਹਾਂ, ਭਾਵ ਇਸ ਤਰ੍ਹਾਂ ਦਾ ਹੋਵੇਗਾ ਵੀ ਇੱਥੇ ਜੋ ਕੁਝ ਹੈ ਉਹਦੇ ਬਾਰੇ ਮੈਂ ਅਜੇ ਕੁਝ ਨਹੀਂ ਸਿੱਖਿਆ, ਅਜੇ ਮੈਨੂੰ ਹੋਰ ਸਿੱਖਿਆ ਚਾਹੀਦੀ ਹੈ। ਜੇ ਇੱਕ ਗੁਰ ਕੀ ਸਿੱਖ ਸੁਣੀ। ਕਦੋਂ? ਮੱਤ ਵਿੱਚ ਰਤਨ ਜਵਾਹਰ ਨੇ ਜਿਹੜੇ, ਜ਼ਿੰਦਗੀ ਬੜਾ ਖਜ਼ਾਨਾ ਹੈ ਸਾਡਾ। ਜਿੱਥੋਂ ਤੱਕ ਅਸੀਂ ਗਏ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਜਿੱਥੋਂ ਤੱਕ ਵੇਖਿਆ ਉਹ ਤੇਰਾ ਸਰੀਰ ਸਿਰਫ ਕੀ ਹੈ? ਪਾਣੀ, ਪਵਨ, ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਦਾ ਅਰਥ ਹੈ ਖੂਨ,
ਤੇ ਬੂੰਦ, ਇਹਨਾਂ ਚੀਜ਼ਾਂ ਦਾ ਰਲਿਆ ਹੋਇਆ ਗਾਰਾ ਹੈ। ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਇਸ ਤਰ੍ਹਾਂ ਦਾ ਹੀ ਹੈ, ਬਸ ਹੋਰ ਕੁਝ ਨਹੀਂ ਸਾਨੂੰ ਦਿਸਦਾ। ਅਸੀਂ ਆਪਣੇ ਜੀਵਨ ਵਿੱਚ ਕਿੱਥੋਂ ਤੱਕ ਗਏ ਹਾਂ? ਬਸ ਸਰੀਰ ਨੂੰ ਵੇਖਿਆ, ਸਰੀਰ ਨੂੰ ਸਜਾਇਆ ਹੈ, ਇਹ ਪਤਾ ਵੀ ਕਿਹੜੇ ਥਾਂ ਤੇ ਰੋਗ ਹੈ, ਕਿੱਥੇ ਬਿਮਾਰੀ ਹੈ, ਇਸ ਚੀਜ਼ ਵਿੱਚ ਹੀ ਜ਼ਿੰਦਗੀ ਗੁਜ਼ਾਰੀ ਹੈ। ਪਰ ਮਤ ਵਿੱਚ ਰਤਨ ਜਵਾਹਰ ਮਾਣਕ, ਇਸ ਜ਼ਿੰਦਗੀ ਦੇ ਅੰਦਰ ਮਤ ਵਿੱਚ ਰਤਨ ਜਵਾਹਰ ਤੇ ਮਾਣਕ ਤਿੰਨ ਚੀਜ਼ਾਂ ਨੇ ਬੜੀਆਂ ਕੀਮਤੀ। ਥੋੜ੍ਹੀ ਜਿਹੀ ਮੈਂ ਇਹਦੀ ਗੱਲ ਕਰ ਦਿਆਂ। ਇਹ ਤਿੰਨ ਚੀਜ਼ਾਂ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਵਿੱਚ, ਰਤਨ ਤੇ ਜਵਾਹਰ ਤੇ ਮਾਣਕ। ਇਹਨੂੰ ਸਿਆਣਿਆਂ ਨੇ ਇਸ ਤਰ੍ਹਾਂ ਗਿਣਿਆ ਹੈ। ਉਹ ਕਹਿੰਦੇ ਨੇ ਰਤਨ ਦਾ ਅਰਥ ਹੈ ਸ਼ਬਦ, ਤੇ ਜਵਾਹਰ ਦਾ ਅਰਥ ਹੈ ਸੁਰਤ, ਮਾਣਕ ਦਾ ਅਰਥ ਹੈ ਸੁਰਤ ਤੇ ਸ਼ਬਦ ਵਿਚਲੀ ਤਾਰ। ਜਿੱਥੇ ਸ਼ਬਦ ਤੇ ਸੁਰਤ ਜੁੜੇ ਹੁੰਦੇ ਨੇ ਉਹਨੂੰ ਕਿਹਾ ਮਾਣਕ। ਇਹ ਤਿੰਨ ਚੀਜ਼ਾਂ ਬੰਦੇ ਵਿੱਚ ਬੜੀਆਂ ਹੀ ਕੀਮਤੀ ਨੇ, ਮਾਸ ਦੀਆਂ ਨਹੀਂ ਬਣੀਆਂ। ਮਹਾਰਾਜ ਇਹ ਕਦੋਂ ਦਿਸਣਗੀਆਂ? ਕਹਿਣ ਲੱਗੇ ਜਦੋਂ ਤੂੰ ਸਿੱਖ ਬਣ ਗਿਆ। ਇਹ ਕਦੋਂ ਦਿਸਣਗੀਆਂ? ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਸਿੱਖ ਬਣ ਕੇ ਗੁਰੂ ਅੱਗੇ ਇੱਕ ਅਰਦਾਸ ਕੀਤੀ ਕਿ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਕੌਣ ਅਰਦਾਸ ਕਰੇਗਾ ਵੀ ਮੈਨੂੰ ਬੁਝਾਈ ਦਾ ਅਰਥ ਦੱਸ ਦਿਓ? ਜਿਹਨੇ ਪਹਿਲਾਂ ਇਹ ਮੰਨ ਲਿਆ ਵੀ ਮੈਨੂੰ ਪਤਾ ਨਹੀਂ ਲੱਗਾ, ਉਹ ਹੀ ਕਹੇਗਾ ਨਾ ਮੈਨੂੰ ਦੱਸੋ ਹੋਰ। ਤੇ ਜਿਹੜਾ ਕਿਹਾ ਵੀ ਮੈਨੂੰ ਤਾਂ ਪਤਾ ਹੀ ਸਾਰਾ ਹੈ, ਮੈਨੂੰ ਤੇ ਹੁਣ ਸਿੱਖਿਆ ਦੀ ਲੋੜ ਹੀ ਨਹੀਂ ਹੈ, ਉਹ ਨਹੀਂ ਇਹ ਗੱਲ ਕਹੇਗਾ। ਤੇ ਉਹਨੇ ਜਦੋਂ ਇਹ ਮੰਨਿਆ ਹੀ ਨਹੀਂ, ਇੱਥੇ ਨਾ ਕੋਈ ਮੰਨਣ ਦੀ, ਸਿੱਖਿਆ ਦੀ ਬਹੁਤੀ ਭਾਰੀ ਲੋੜ ਹੈ, ਗਿਆਨ ਦੀ। ਭਾਵੇਂ ਕੋਲ ਬੰਦੇ ਦੇ ਗਿਆਨ ਹੋਵੇ ਤੇ ਭਾਵੇਂ ਨਾ ਹੋਵੇ, ਗੁਰੂ ਅੱਗੇ ਭੀਖ ਪਾਤਰ ਲੈ ਕੇ ਆ ਜਾ ਵੀ ਮੇਰੀ ਝੋਲੀ ਵਿੱਚ ਕੁਝ ਪਾ ਦੇ, ਉਹਦੇ ਵਿੱਚ ਪੈ ਜਾਂਦਾ। ਭਾਵੇਂ ਉਹ ਜ਼ਿਆਦਾ ਜਾਣਦਾ ਤੇ ਭਾਵੇਂ ਥੋੜ੍ਹਾ। ਤੇ ਜਿਹਦੇ ਕੋਲ ਭੀਖ ਵਾਲਾ ਪਾਤਰ ਨਹੀਂ, ਉਹਦੇ ਕੋਲ ਭਾਵੇਂ ਜ਼ਿਆਦਾ ਜਾਣਕਾਰੀ ਤੇ ਭਾਵੇਂ ਘੱਟ, ਉਹ ਦੋਵੇਂ ਖਾਲੀ ਰਹਿ ਗਏ। ਸਿਰਫ ਇੱਥੇ ਮੰਗਣ ਦੀ ਗੱਲ ਹੈ, ਭੀਖ ਦੀ ਗੱਲ ਹੈ। ਜਿਨ੍ਹਾਂ ਨੂੰ ਭਿਖਾਰੀ ਬਣਨ ਦੀ ਜਾਚ ਆ ਗਈ, ਕਿਉਂਕਿ ਭਿਖਾਰੀ ਦਾ ਇੱਕ ਗੁਣ ਬਹੁਤ ਮਹਿੰਗਾ, ਉਹਦੇ ਵਿਚਾਰੇ ਵਿੱਚ ਦਾਵਾ ਨਹੀਂ ਹੁੰਦਾ। ਜਿਹੜਾ ਦਿਹਾੜੀਦਾਰ ਹੈ ਉਹ ਤੇ ਸ਼ਾਮ ਨੂੰ ਅੜ ਕੇ ਕਹਿੰਦਾ ਵੀ ਮੈਂ ਇਹਨੇ ਕਹਿ ਕੇ ਲੱਗਾ ਸੀ ਇਹਨੇ ਲੈਣੇ ਹੀ ਨੇ। ਭਿਖਾਰੀ ਦਾ ਕੀ ਦਾਵਾ ਹੈ? ਉਹ ਤੇ ਕਹਿੰਦਾ ਆਇਆ 1 ਪੈਸਾ ਦੇਣਾ 1 ਦਿਓ, 10 ਦੇਣੇ ਨੇ 10 ਦਿਓ, ਤੇ ਜੇ ਝਿੜਕ ਦੇਣੀ ਹੈ ਤੇ ਝਿੜਕ ਪਾ ਦਿਓ ਇਹਦੇ ਵਿੱਚ। ਤਿੰਨਾਂ ਵਾਸਤੇ ਤਿਆਰ ਹੈ। ਸਿੱਖ ਦਾ ਮਤਲਬ ਇਹ ਹੈ, ਆ ਬਚਨ ਆਉਂਦਾ ਹੈ ਗੁਰੂ ਰਾਮਦਾਸ ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ। ਭਿਖਾਰੀ ਦਾ ਇੱਕ ਗੁਣ ਹੈ ਕਿ ਜੋ ਝੋਲੀ ਵਿੱਚ ਪਵੇ ਉਹ ਹੀ ਪ੍ਰਵਾਨ, ਬਹੁਤਾ ਦੇਵੇ ਥੋੜ੍ਹਾ ਦੇਵੇ ਜਾਂ ਨਾ ਦੇਵੇ ਜਾਂ ਝਿੜਕ ਦੇਦਾ, ਇਹ ਸਾਰੀਆਂ ਚੀਜ਼ਾਂ ਪ੍ਰਵਾਨ ਕਰ ਲੈਂਦਾ, ਉਹਦੇ ਦਰ 'ਤੇ ਪ੍ਰਵਾਨ ਹੋ ਜਾਂਦਾ। ਮੈਂ ਸਤਿਗੁਰਾਂ ਦਾ ਬਚਨ ਸਾਂਝਾ ਕਰ ਰਿਹਾ ਸੀ ਕਿ ਜੇ ਇੱਕ ਗੁਰ ਕੀ ਸਿੱਖ ਸੁਣੀ, ਸੁਣਨ ਦਾ ਮਤਲਬ ਕੀ ਹੈ, ਸੁਣਨ ਦਾ ਭਾਵ ਕੀ ਹੈ? ਮੈਂ ਇੱਥੇ ਬੇਨਤੀ ਕਰਾਂ, ਜੋ ਮੇਰੀ ਸਮਝ ਵਿੱਚ ਆਇਆ ਹੈ, ਇੱਥੇ ਤੁਸੀਂ ਕਈ ਸਾਲਾਂ ਤੋਂ ਸੁਣ ਰਹੇ ਹੋ ਤੇ ਕਈਆਂ ਨੇ ਸੁਣਿਆ ਹੈ। ਸੁਣਨ ਦਾ ਮਤਲਬ ਇਉਂ ਲੱਗਦਾ ਹੈ, ਸੁਣਨ ਦਾ ਮਤਲਬ ਤੁਹਾਨੂੰ ਕਥਾਵਾਚਕ ਬਣਾਉਣਾ ਨਹੀਂ, ਵੀ ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣ ਕੇ ਚੇਤੇ ਕਰ ਜਾਓ। ਨਹੀਂ, ਸਿਰਫ ਸਰੋਤੇ ਦਾ ਤੇ ਸਿਖਿਆਰਥੀ ਦਾ ਇੱਕ ਕੁਦਰਤੀ ਗੁਣ ਹੈ ਕਿ ਜਦੋਂ ਉਹ ਆਉਂਦਾ, ਭਾਵੇਂ ਉਹਨੂੰ ਕਿੰਨੀ ਜਾਣਕਾਰੀ ਹੈ, ਉਹ ਇਸ ਭਾਵ ਵਿੱਚ ਆ ਕੇ ਇੱਥੇ ਬੈਠੇਗਾ ਵੀ ਮੈਨੂੰ ਨਹੀਂ ਕੁਝ ਆਉਂਦਾ। ਤੇ ਇੱਥੇ ਉਹਨੂੰ ਹੀ ਮਿਲਦਾ ਜਿਹੜਾ ਅੰਦਰੋਂ ਇਹ ਕਹਿਦਾ ਮੈਨੂੰ ਕੁਝ ਨਹੀਂ ਮਿਲਦਾ। ਇੱਥੇ ਆਉਣ ਦਾ, ਸੁਣਨ ਦਾ ਮਤਲਬ ਇਹ ਹੈ। ਸੁਣਨ ਦਾ ਮਤਲਬ ਇੱਥੇ ਕੋਈ ਇਹ PhD ਸਿਸਟਮ ਨਹੀਂ ਹੈ ਇੱਥੋਂ ਦਾ ਕਿ ਤੁਸੀਂ ਕਿੰਨਾ ਜਾਣ ਲਿਆ। ਮੈਂ ਬੜਾ ਹੈਰਾਨ ਹੁੰਦਾ ਜਦੋਂ ਵੱਡੇ ਵੱਡੇ ਚੈਨਲਾਂ 'ਤੇ ਵਿਆਕਰਨ ਸਿਖਾਈ ਜਾਂਦੀ ਹੈ। ਭਲਾ ਆਮ ਬੰਦੇ ਦਾ ਉਹਦੇ ਨਾਲ ਕੀ ਸੰਬੰਧ?
ਜਿਹਨੇ ਸਵੇਰੇ ਉੱਠ ਕੇ ਆਪਣੇ ਖੇਤ ਨੂੰ ਪਾਣੀ ਲਾਉਣਾ ਹੈ, ਜਿਹਨੇ ਆਪਣੀ ਮੱਝ ਗਾਂ ਨੂੰ ਪੱਠੇ ਪਾਉਣੇ ਨੇ, ਦਿਹਾੜੀ ਕਰਨੀ ਹੈ, ਰਿਕਸ਼ਾ ਚਲਾਉਣਾ ਹੈ, ਦੁਕਾਨ 'ਤੇ ਜਾਣਾ ਹੈ, ਉਹ ਕੀ ਕਰੇਗਾ ਯਾਦ ਕਰਕੇ ਚੀਜ਼ਾਂ ਨੂੰ? ਉਹਨੂੰ ਤੇ ਇੱਕ ਚੀਜ਼ ਚਾਹੀਦੀ ਵੀ ਉਹਦੇ ਅੰਦਰ ਯਾਦ ਬਣੇ ਉਹਦੀ, ਤੇ ਯਾਦ ਉਹਦੇ ਅੰਦਰ ਬਣਨੀ ਹੈ। ਮੈਂ ਪਹਿਲਾਂ ਕਹਿ ਚੁੱਕਾ ਵੀ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਕੋਈ ਸਿੱਖ ਬਣ ਕੇ ਸੁਣਦਾ ਹੈ, ਉਹਦੇ ਕੋਲ ਭਾਵੇਂ ਕਿੰਨੀ ਜਾਣਕਾਰੀ ਹੋਵੇ, ਇੱਕ ਗੱਲ ਜ਼ਰੂਰ ਅੰਦਰ ਬਣ ਜਾਂਦੀ ਹੈ ਵੀ ਸਤਿਗੁਰੂ ਮੈਂ ਕੁਝ ਨਹੀਂ ਜਾਣਦਾ। ਤੇ ਜਦੋਂ ਇਹ ਗੱਲ ਬਣਦੀ ਏ, ਉਸ ਥਾਂ 'ਤੇ ਫਿਰ ਉਹਦੀ ਕਿਰਪਾ ਵਰਦੀ ਏ। ਜਦੋਂ ਕੋਈ ਕਵੇ ਮੈਂ ਕੁਝ ਨਹੀਂ ਜਾਣਦਾ, ਇਸ ਵਾਸਤੇ ਇੱਥੇ ਆਉਣਾ। ਤਾਂ ਸਤਿਗੁਰਾਂ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਅਭੇਦ ਹੈ, ਅਕਾਲ ਪੁਰਖ ਵਾਹਿਗੁਰੂ ਭੇਦ ਤੋਂ ਰਹਿਤ ਹੈ। ਤੂੰ ਉਹਦੇ ਇਸ ਗੁਣ ਨੂੰ ਗੁਰੂ ਕੋਲੋਂ ਸੁਣ ਵੀ ਉਹ ਬੜਾ ਹੀ ਬੇਪਰਵਾਹ ਤੇ ਵੱਡਾ, ਤੇ ਫਿਰ ਤੇਰਾ ਜੀਵਨ ਜਦੋਂ ਤੂੰ ਬਿਲਕੁਲ ਉਹਦੇ ਸਾਹਮਣੇ ਬਹਿ ਕੇ ਮੰਨ ਲਏਗਾ ਨਾ ਵੀ ਤੇਰਾ ਕੋਈ ਅੰਤ ਨਹੀਂ, ਤੈਨੂੰ ਇੰਝ ਪ੍ਰਤੀਤ ਹੋਵੇਗਾ ਅੱਜ ਤੱਕ ਤੇ ਮੈਂ ਆਪਣੇ ਦੀਵੇ ਨੂੰ ਬਹੁਤ ਵੱਡਾ ਸਮਝਦਾ ਰਿਹਾ, ਪਰ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਦੁਪਹਿਰ ਸ਼ਿਖਰ ਦੁਪਹਿਰ ਚੜ੍ਹੇ ਹੋਏ ਸੂਰਜ ਦੇ ਵਿੱਚ ਮੈਂ ਦੀਵਾ ਰੱਖ ਕੇ ਪੜ੍ਹ ਰਿਹਾ। ਇਹ ਅਕਲ ਹੀ ਨੇ ਕੰਮ ਕੀਤੀ। ਇਹ ਤੇ ਸੂਰਜ ਦਾ ਚਾਨਣ ਸੀ, ਮੈਂ ਦੀਵਾ ਫਜ਼ੂਲ ਵਿੱਚ ਬਾਲੀ ਰੱਖਿਆ। ਤਾਂ ਇਹ ਤਾਂ ਸਮਝ ਆਵੇਗੀ। ਸਾਹਿਬ ਕਹਿੰਦੇ ਅਭੇਦ ਹੈ, ਅਭੰਗ ਹੈ। ਅਭੰਗ ਦਾ ਮਤਲਬ ਜਿਹਨੂੰ ਭੰਗ ਨਾ ਕੀਤਾ ਜਾ ਸਕੇ, ਜਿਹਨੂੰ ਤੋੜਿਆ ਨਾ ਜਾ ਸਕੇ, ਜੋ ਸਦਾ ਰਹਿੰਦਾ ਹੈ। ਅੱਗੇ ਗੁਣ ਕਹਿੰਦੇ ਅਜ਼ੀਜ਼ੁਲ ਨਿਵਾਜ ਹੈ। ਅਜ਼ੀਜ਼ ਦਾ ਅਰਥ ਹੁੰਦਾ ਪਿਆਰਾ। ਬਸ ਉਹਦਾ ਇੱਕੋ ਹੀ ਗੁਣ ਹੈ, ਜਿੰਨਾ ਗਹਿਰਾ ਉਹਨੂੰ ਕੋਈ ਪਿਆਰ ਕਰੇ ਓਨਾ ਗਹਿਰਾ ਉਹ ਕਿਸੇ ਨੂੰ ਨਿਵਾਜਦਾ ਹੈ, ਕਿਸੇ ਨੂੰ ਜਾਚ ਜੁਗਤ ਆ ਜਾਏ। ਪਿਆਰ ਇੰਨਾ ਡੂੰਘਾ। ਮੈਂ ਹੁਣੇ ਪ੍ਰੇਮ ਦੀ ਗੱਲ ਕਿਤੇ ਸਾਂਝੀ ਕਰਕੇ ਆਇਆ ਵੀ ਪ੍ਰੇਮ ਕੀ ਹੁੰਦਾ ਹੈ। ਮੈਂ ਬੇਨਤੀ ਕਰਾਂ, ਕਲਗੀਆਂ ਵਾਲੇ ਨੇ ਕਿਹਾ ਪ੍ਰੇਮ ਕਰੋ। ਪ੍ਰੇਮ ਕੀ ਹੁੰਦਾ ਹੈ? ਅਸੀਂ ਪ੍ਰੇਮ ਦੇ ਅਰਥ ਬੜੇ ਕੱਢੇ ਨੇ। ਮਾਂ ਪੁੱਤਰ ਨੂੰ ਕਰਦੀ, ਪੁੱਤਰ ਮਾਂ ਨੂੰ ਕਰਦਾ ਹੈ, ਪਤੀ ਪਤਨੀ ਨੂੰ, ਪਤਨੀ ਪਤੀ ਨੂੰ, ਭਰਾ ਭਰਾ ਦਾ ਹੈ, ਬੜੇ ਪਿਆਰ ਨੇ। ਅਸੀਂ ਕਿਹਾ ਇਹ ਪਿਆਰ ਹੈ? ਨਹੀਂ ਨਹੀਂ, ਇਹ ਤਾਂ ਦੂਜੇ ਨਾਲ ਜੁੜਿਆ ਹੋਇਆ ਹੈ। ਦੂਜਾ ਹੈ ਤੇ ਹੈ, ਤੁਸੀਂ ਇਕੱਲੇ ਤਾਂ ਨਹੀਂ ਕਰ ਸਕਦੇ। ਦੂਜਾ ਹੈ ਤੇ ਪਿਆਰ ਤਾਂ ਇਹ ਪੈਦਾ ਹੁੰਦਾ ਹੈ। ਪਰ ਜਿਹੜਾ ਪ੍ਰੇਮ ਕਲਗੀਆਂ ਵਾਲੇ ਨੇ ਕਿਹਾ ਉਹ ਕਿਹੜਾ ਹੈ? ਉਹਦਾ ਸਰੂਪ ਕੀ ਹੈ? ਜਿਵੇਂ ਤੁਸੀਂ ਤੰਦਰੁਸਤ ਹੋ ਨਾ, ਤੰਦਰੁਸਤੀ ਤੁਹਾਡਾ ਇੱਕ ਅੰਦਰ ਦੀ ਅਵਸਥਾ ਹੈ। ਇਹ ਨਹੀਂ ਵੀ ਤੁਸੀਂ ਫਲਾਣੇ ਬੰਦੇ ਨੂੰ ਮਿਲੇ ਤੇ ਉਹਨੂੰ ਮਿਲ ਕੇ ਤੁਹਾਨੂੰ ਤੰਦਰੁਸਤੀ ਪੈਦਾ ਹੋਈ, ਇਸ ਤਰ੍ਹਾਂ ਨਹੀਂ ਹੈ। ਉਹ ਤੰਦਰੁਸਤੀ ਤੁਹਾਡੇ ਅੰਦਰ ਹੀ ਹੈ, ਬਣੀ ਹੋਈ ਹੈ। ਉਹਦੇ ਵਾਸਤੇ ਕਿਸੇ ਦੂਜੇ ਸਹਾਰੇ ਦੀ ਲੋੜ ਨਹੀਂ। ਜਿਵੇਂ ਤੰਦਰੁਸਤੀ ਬੰਦੇ ਦੇ ਅੰਦਰ ਦਾ ਇੱਕ ਕਹਿ ਲਓ ਵੀ ਅਵਸਥਾ ਹੈ, ਇਸ ਤਰ੍ਹਾਂ ਪ੍ਰੇਮ ਬੰਦੇ ਦੀ ਨਿੱਜੀ ਘਟਨਾ ਹੈ, ਨਾ ਕਿ ਦੂਜੇ ਨਾਲ ਸੰਬੰਧਿਤ ਹੋ ਕੇ ਜਿਹੜੀ ਚੀਜ਼ ਪੈਦਾ ਹੋਵੇ, ਉਹ ਨਹੀਂ ਹੈ। ਲਗਾਤਾਰ ਰਹਿਣਾ ਚਾਹੀਦਾ, ਭਾਵੇਂ ਦੂਜਾ ਨਾਮ ਹੀ ਹੋਵੇ, ਦੂਜਾ ਨਾਮ ਹੀ ਕਰੇ। ਤੁਸੀਂ ਵੇਖੋ ਵੀ ਭਾਈ ਕਨ੍ਹਈਆ ਜੀ ਜਦੋਂ ਪਾਣੀ ਲੈ ਕੇ ਜਾਂਦੇ ਨੇ, ਜਿਹੜੇ ਬੰਦੇ ਨੂੰ ਪਿਆਉਂਦੇ ਨੇ, ਜਦੋਂ ਪਿਆਉਂਦੇ ਨੇ ਕਿਸੇ ਨੂੰ, ਜਿਹੜਾ ਡਿੱਗਾ ਹੋਇਆ ਸਿਪਾਹੀ ਮੁਗਲਾਂ ਦਾ, ਤੇ ਜਦੋਂ ਭਾਈ ਕਨ੍ਹਈਏ ਵੱਲ ਵਹਿੰਦਾ ਹੈ, ਚਿਹਰੇ ਵੱਲ, ਤੇ ਭਾਈ ਕਨ੍ਹਈਆ ਜੀ ਸਿੱਖ ਨੇ, ਕੀ ਉਹ ਸਿਪਾਹੀ ਦੇ ਮਨ ਵਿੱਚ ਭਾਈ ਕਨ੍ਹਈਏ ਪ੍ਰਤੀ ਪ੍ਰੇਮ ਪੈਦਾ ਹੋਵੇਗਾ? ਕਿੱਥੇ ਹੋਵੇਗਾ? ਉਹ ਤੇ ਦੂਜੀ ਨਜ਼ਰ ਨਾਲ ਵੇਖੇਗਾ ਵੀ ਹੈ ਸਿੱਖ, ਚਲੋ ਮੰਗ ਕੇ ਵੇਖ ਲੈਂਦੇ ਹਾਂ, ਜੇ ਪਿਆ ਦਿੱਤਾ ਤੇ ਉੱਠ ਕੇ ਤਲਵਾਰ ਲੈ ਕੇ ਇਹਦਾ ਸਿਰ ਲਾ ਦਿਆਂਗੇ, ਜ਼ਰੂਰ ਸੋਚਿਆ ਹੋਵੇਗਾ। ਪਰ ਭਾਈ ਕਨ੍ਹਈਆ ਪਾਣੀ ਪਿਆ ਰਿਹਾ, ਉਹਨੂੰ ਦੂਜੇ ਦੇ ਪਿਆਰ ਦੀ ਲੋੜ ਨਹੀਂ, ਉਹਦਾ ਸੁਭਾਅ ਹੀ ਪ੍ਰੇਮ ਬਣ ਗਿਆ। ਜਿਵੇਂ ਤੰਦਰੁਸਤੀ ਬੰਦੇ ਦੀ ਨਿੱਜੀ ਘਟਨਾ ਹੈ, ਨਾ ਕਿ ਦੂਜੇ ਦੇ ਸਹਾਰੇ ਨਾਲ ਬਣਦੀ ਹੈ। ਜਿਵੇਂ ਸਾਧ ਸੰਗਤ ਮਨੁੱਖੀ ਜੀਵਨ ਦੇ ਵਿੱਚ ਨੀਂਦ ਜਿਹੜੀ ਹੈ
ਉਹ ਇਹ ਨਹੀਂ ਵੀ ਦੂਸਰਾ ਬੰਦਾ ਕੋਲ ਆਵੇਗਾ ਤੇ ਨੀਂਦ ਤੁਹਾਨੂੰ ਤਾਂ ਆਵੇਗੀ, ਉਹ ਤੁਹਾਡੇ ਅੰਦਰ ਦੀ ਘਟਨਾ, ਉਹਨੇ ਤੁਹਾਡੇ ਅੰਦਰੋਂ ਆਉਣਾ ਹੈ, ਬਾਹਰੋਂ ਨਹੀਂ। ਇਸ ਤਰ੍ਹਾਂ ਪ੍ਰੇਮ ਨੀਂਦ ਵਰਗਾ ਤੇ ਤੰਦਰੁਸਤੀ ਵਰਗਾ, ਬੰਦੇ ਦਾ ਅਸਲੀ ਸੁਭਾਅ ਹੀ ਪ੍ਰੇਮ ਹੈ। ਬਾਹਰ ਵਾਲਾ ਪ੍ਰੇਮ ਨਾ ਲੱਭਦੇ ਫਿਰਨਾ, ਉਹ ਹੈ ਹੀ ਨਹੀਂ ਹੈ। ਜਿੱਦਣ ਅੰਦਰੋਂ ਆਇਆ ਫਿਰ ਦਿਨ ਰਾਤ ਬੰਦਾ ਪ੍ਰੇਮ ਵਿੱਚ ਰਹੇਗਾ। ਫਿਰ ਉਹਦੇ ਵਾਸਤੇ ਜ਼ਰੂਰੀ ਹੈ ਹੀ ਨਹੀਂ ਵੀ ਕੋਈ ਆਵੇ ਤੇ ਪ੍ਰੇਮ ਕਰਾਂ ਤਾਂ ਪੈਦਾ ਹੋਵੇ, ਨਹੀਂ, ਉਹਦਾ ਸੁਭਾਅ ਹੀ ਪ੍ਰੇਮ ਬਣ ਗਿਆ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਕੋਲ ਦੂਜਾ ਹੈ ਸੀ ਜਾਂ ਨਹੀਂ ਸੀ, ਉਹ ਉਸੇ ਤਰ੍ਹਾਂ ਹੀ, ਲੋੜ ਨਹੀਂ ਪੈਂਦੀ। ਜਿਹਦੇ ਵਾਸਤੇ ਦੂਜੇ ਦੀ ਲੋੜ ਪੈ ਗਈ ਉਹ ਓਰੀਜਨਲ ਨਹੀਂ, ਨਕਲੀ ਹੈ, ਉਹ ਤੁਹਾਨੂੰ ਕੰਮ ਨਹੀਂ ਦੇਵੇਗਾ। ਇਸ ਕਰਕੇ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਵੀ ਤੂੰ ਪ੍ਰੇਮ ਕਰ, ਉਹਦਾ ਮਤਲਬ ਇਹ ਨਹੀਂ ਸੀ ਵੀ ਤੂੰ ਕਿਸੇ ਨੂੰ ਪ੍ਰੇਮ ਕਰ, ਨਹੀਂ। ਉਹਦਾ ਮਤਲਬ ਇਹ ਵੀ ਨਹੀਂ ਸੀ ਮੈਂ ਇੱਕ ਸ਼ਬਦ ਕਹਿ ਦਿਆਂ ਵੀ ਰੱਬ ਨੂੰ ਪ੍ਰੇਮ ਕਰ, ਇਹ ਵੀ ਮਤਲਬ ਨਹੀਂ ਸੀ। ਉੱਥੇ ਪ੍ਰੇਮ ਕਰਨ ਦਾ ਮਤਲਬ ਸੀ ਆਪਣੇ ਅੰਦਰਲੇ ਸੁਭਾਅ ਨੂੰ ਜਗਾ, ਜੋ ਪਹਿਲਾਂ ਹੀ ਪ੍ਰੇਮ ਵਰਗਾ ਹੈ, ਉਹਨੂੰ ਉੱਗਣ ਦੇ, ਬਾਹਰ ਪੈਦਾ ਹੋਣ ਦੇ। ਤੂੰ ਦੱਬ ਕੇ ਰੱਖਿਆ ਹੋਇਆ, ਉਹ ਤੇਰਾ ਹੈ। ਹੋਰ ਚੀਜ਼ਾਂ ਹਾਂ ਸੰਗਤ ਦਾ ਅਸਰ ਪੈਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬੰਦੇ ਦੇ ਅੰਦਰ ਜੋ ਕੁਝ ਹੈ ਨਾ ਸਾਡੇ ਵਿੱਚ, ਤਾਂ ਬਾਹਰੋਂ ਉਹਦਾ ਇਹ ਥੋੜ੍ਹਾ ਜਿਹਾ ਸਾਨੂੰ ਸ਼ਾਰਟ ਲੱਗੇ ਤਾਂ ਉਹ ਜਲਦੀ ਉੱਗ ਪੈਂਦਾ। ਜਿਵੇਂ 5 ਵਿਕਾਰ ਨੇ, ਤਾਂ ਕਾਮ ਹੈ ਉਹ ਨਿੱਜੀ ਵੀ ਵਿਕਾਰ ਹੈ, ਪਰ ਬਾਹਰਲੀ ਸੰਗਤ ਨਾਲ ਉਹ ਜਲਦੀ ਪੈਦਾ ਹੁੰਦਾ ਹੈ। ਕ੍ਰੋਧ ਬੰਦੇ ਦਾ ਨਿੱਜੀ ਸੁਭਾਅ ਵੀ ਹੈ, ਪਰ ਜੇ ਉਹਨੂੰ ਕੋਈ ਬਾਹਰੋਂ ਗਾਲ ਕੱਢੇਗਾ ਤੇ ਜਲਦੀ ਪੈਦਾ ਹੋਵੇਗਾ। ਪਰ ਜੇ ਅੰਦਰ ਕ੍ਰੋਧ ਹੈ, ਜੇ ਉਹਨੂੰ 2 ਦਿਨ ਕਿਸੇ ਨੇ ਬੁਰਾ ਨਾ ਕਿਹਾ ਤੇ ਦੂਜੇ ਦਿਨ ਅੰਦਰ ਪਰੇਸ਼ਾਨੀ ਜੀ ਆਉਣੀ ਸ਼ੁਰੂ ਹੋ ਜਾਏਗੀ ਆਪਣੇ ਆਪ। ਉਹ ਕੱਢਣਾ ਚਾਹੁੰਦਾ ਉਹਨੂੰ ਕਿਸੇ ਤਰੀਕੇ ਨਾਲ। ਜੇ ਸਿਮਰਨ ਨਹੀਂ ਨਾ, ਫਿਰ ਉਹ ਬੰਦਾ ਇੱਧਰ ਉੱਧਰ ਕਰਕੇ, ਤੁਸੀਂ ਕਈ ਵਾਰੀ ਕਿਸੇ ਆਦਮੀ ਨੂੰ ਕਹਿੰਦੇ ਹੋ ਨਾ, ਵਾਰ-ਵਾਰ ਤੁਹਾਨੂੰ ਉਹ ਗਲਤ ਬੋਲਦਾ, ਤੁਸੀਂ ਕਹਿੰਦੇ ਹੋ ਵੀ ਮੈਂ ਤੈਨੂੰ ਕਹਿੰਦਾ ਤੇ ਹੈ ਕੁਝ ਨਹੀਂ, ਪਤਾ ਨਹੀਂ ਤੂੰ ਕਿਉਂ ਮੇਰੇ ਪਿੱਛੇ ਪਿਆ। ਉਹਦੇ ਵੱਸ ਦੀ ਗੱਲ ਨਹੀਂ। 2 ਦਿਨ ਹੋ ਗਏ ਉਹ ਕ੍ਰੋਧੀ ਨਹੀਂ ਹੋਇਆ, ਮੌਕਾ ਨਹੀਂ ਮਿਲਿਆ ਉਹਦੇ ਕ੍ਰੋਧ ਨੂੰ ਬਾਹਰ ਨਿਕਲਣ ਦਾ। ਹੁਣ ਉਹ ਵਿਚਾਰਾ ਆਪ ਫਿਰਦਾ ਵੀ ਕੋਈ ਲੱਭੇ ਰਾਹ ਵਿੱਚ, ਕਿਤੇ ਮੈਂ ਕਿਤੇ ਉੱਤੇ ਝਾੜਾਂ ਇਹਨੂੰ। ਉਹ ਦੂਜਿਆਂ ਨੂੰ ਕਹਿੰਦਾ ਵੀ ਮੈਨੂੰ ਗਾਲ ਕੱਢੋ, ਮੈਂ ਤੁਹਾਡੇ ਉੱਤੇ ਕ੍ਰੋਧੀ ਹੋ, ਨਹੀਂ ਤੇ ਉਹ ਰਾਤ ਨੂੰ ਨੀਂਦ ਉਹਦੀ ਗਵਾਚ ਜਾਏਗੀ। ਸੱਚ ਹੈ, ਸੌਂ ਨਹੀਂ ਸਕੇਗਾ। ਜਾਂ ਫਿਰ ਗੁਰੂ ਨੇ ਕਿਰਪਾ ਕੀਤੀ, ਫਿਰ ਸ਼ਬਦ ਉਹਨੂੰ ਨਾਮ ਤੇ ਬਾਣੀ ਜਿਹੜੀ ਹੈ ਉਹਦੇ ਕ੍ਰੋਧ ਦਾ ਪ੍ਰੇਮ ਬਣਾਏਗੀ, ਫਿਰ ਉਹਨੂੰ ਨਹੀਂ ਲੋੜ ਪਏਗੀ। ਇਸੇ ਤਰ੍ਹਾਂ ਲੋਭ ਮੋਹ ਹੰਕਾਰ ਇਹ ਅਵਸਥਾਵਾਂ ਨੇ ਆਪਣੇ ਸਰੀਰ ਦੀਆਂ। ਇਸੇ ਤਰ੍ਹਾਂ ਰੱਬ ਦਾ ਪ੍ਰੇਮ ਵੀ ਇੱਕ ਅਵਸਥਾ ਹੀ ਹੈ। ਤੇ ਜੇ ਰੱਬ ਦਾ ਪ੍ਰੇਮ ਪੈਦਾ ਕਰਨਾ ਹੈ, ਹੋਰ ਕੋਈ ਤਰੀਕਾ ਨਹੀਂ, ਬਸ ਕੋਈ ਸਰੀਰ ਇਸ ਤਰ੍ਹਾਂ ਦਾ ਮਿਲੇ ਜਿਹਦੇ ਵਿੱਚ ਪਹਿਲਾਂ ਪ੍ਰੇਮ ਪ੍ਰਗਟ ਹੋ ਗਿਆ, ਉਹਦੇ ਵਿੱਚੋਂ ਸ਼ਾਟ ਲੱਗ ਸਕਦਾ ਹੈ, ਉਹਦੇ ਵਿੱਚੋਂ ਸੈਲਫ ਮਿਲ ਸਕਦਾ ਹੈ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਕੋਈ ਗੱਡੀ ਬੰਦ ਹੋ ਜਾਏ, ਬੜਾ ਸੈਲਫ ਮਾਰਦੇ ਨੇ ਡਰਾਈਵਰ, ਪਰ ਇੰਜਣ ਵਿੱਚ ਕੋਈ ਨੁਕਸ ਹੈ, ਸਟਾਰਟ ਨਹੀਂ ਹੁੰਦੀ, ਬੜਾ ਯਤਨ ਕਰਦੇ ਨੇ। ਫਿਰ ਉਹ ਵਿਚਾਰੇ ਇੱਕ ਅਖੀਰਲਾ ਯਤਨ ਕਰਦੇ ਨੇ। ਉਹ ਕਿਹੜਾ ਹੈ? ਉਹ ਕਿਸੇ ਚੱਲਦੀ ਗੱਡੀ ਦੇ ਪਿੱਛੇ ਬੰਦ ਗੱਡੀ ਨੂੰ ਬੰਨ੍ਹ ਲੈਂਦੇ ਵੀ ਚੰਗੀ ਤਰ੍ਹਾਂ ਖਿੱਚ ਇਸ ਨੂੰ, ਸ਼ਾਇਦ ਇਸ ਦੀ ਖਿੱਚ ਦੇ ਨਾਲ ਇਹਦੇ ਅੰਦਰ ਜਿਹੜਾ ਕਚਰਾ ਹੈ ਨਿਕਲ ਜਾਏ, ਇਹਨੂੰ ਚੱਲਣ ਦੀ ਜਾਚ ਆ ਜਾਏ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ, ਇੱਕ ਬੜਾ ਸੋਹਣਾ ਨਾਂ ਦਿੱਤਾ ਸਿੱਖੀ ਵਿੱਚ, ਉਹਨੂੰ ਕਹਿੰਦੇ ਨੇ ਗੁਰਸਿੱਖੀ ਕੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਗਾਡੀ ਰਾਹ ਚਲੰਦਾ। ਗਾਡੀ ਰਾਹ ਕਿਹਨੂੰ ਕਹਿੰਦੇ? ਗਾਡੀ ਰਾਹ ਉਹਨੂੰ ਕਹਿੰਦੇ ਵੀ ਜਿਸ ਗੱਡੀ ਦੇ ਵਿੱਚ ਖਰਾਬੀ ਆ ਜਾਏ ਨਾ, ਉਹ ਆਪਣੀ ਗੱਡੀ ਦੂਜੀ ਗੱਡੀ ਨਾਲ ਬੰਨ੍ਹ ਲਵੇ, ਉਹਨੂੰ ਖਿੱਚ ਕੇ ਲੈ ਜਾਏਗੀ। ਸਾਧ ਸੰਗਤ ਦੇ ਅਰਥ ਕੀ ਨੇ? ਸਾਧ ਸੰਗਤ ਦੇ ਕਨਸੈਪਟ ਕੀ ਬਣਾਏ ਨੇ ਗੁਰੂ ਸਾਹਿਬ ਨੇ? ਕਿ ਆਮ ਤੇ ਗੱਡੀਆਂ ਖਰਾਬ ਹੀ ਨੇ ਸਾਡੀਆਂ ਸੰਸਾਰੀ ਤੌਰ 'ਤੇ, ਰੱਬ ਦੇ ਰਾਹ 'ਤੇ ਚੱਲਣ ਵਾਸਤੇ ਤਿਆਰ ਨਹੀਂ। ਉਹ ਕਹਿੰਦੇ ਤੂੰ ਉਹਨਾਂ ਦੇ ਨਾਲ ਮਿਲ ਕੇ ਚੱਲ, ਜਿਹੜੇ ਚੱਲ ਸਕਦੇ, ਤਾਂ ਫਿਰ ਤੈਨੂੰ ਉਹ ਧੂ ਕੇ ਖਿੱਚ ਕੇ ਲੈ ਜਾਣਗੇ, ਤੈਨੂੰ ਚੱਲਣ ਦੀ ਜਾਚ ਆ ਜਾਏਗੀ, ਸਹਿਜੇ ਸਹਿਜੇ ਤਰੀਕਾ ਬਣ ਜਾਏਗਾ। ਤਾਂ ਜਿਨ੍ਹਾਂ ਵਿੱਚ ਪ੍ਰੇਮ ਹੈ, ਪ੍ਰੇਮ ਬੰਦੇ ਦੇ ਮਾਨਸਿਕ ਦਸ਼ਾ ਹੈ। ਜਦੋਂ 5 ਵਿਕਾਰ ਸ਼ਬਦ ਦੀ ਕਮਾਈ ਵਿੱਚ ਵਿਲੀਨ ਹੋ ਜਾਂਦੇ ਨੇ, ਆਪਣਾ ਆਪ
ਸ਼ਬਦ ਵਿੱਚ ਮਿਟਣ ਲੱਗਦਾ, ਉਦੋਂ ਬੰਦੇ ਦੇ ਅੰਦਰਲੀ ਇੱਕ ਤੰਦਰੁਸਤੀ ਪੈਦਾ ਹੁੰਦੀ। ਜਿਵੇਂ ਸਰੀਰ ਦੀ ਤੰਦਰੁਸਤੀ ਹੈ, ਇਸ ਤਰ੍ਹਾਂ ਦੂਜੇ ਅੰਦਰਲੇ ਸਰੀਰ ਦੀ ਤੰਦਰੁਸਤੀ ਪ੍ਰੇਮ ਹੈ। ਉਦੋਂ ਪ੍ਰੇਮ ਪੈਦਾ ਹੁੰਦਾ ਹੈ, ਫਿਰ ਉਹਨਾਂ ਨੂੰ ਨਿਵਾਜਦਾ ਹੈ, ਉਹਨਾਂ ਨੂੰ ਪਿਆਰ ਕਰਦਾ ਰੱਬ। ਸਾਹਿਬ ਕਹਿੰਦੇ ਅਜ਼ੀਜ਼ੁਲ ਨਿਵਾਜ ਹੈ, ਪਿਆਰਿਆਂ ਨੂੰ ਸਹਾਰਾ ਦੇਣ ਵਾਲਾ ਹੈ। ਇੱਕ ਗੱਲ ਹੋਰ ਕਹਿ ਦਿੱਤੀ, ਕਹਿੰਦੇ ਗਨੀਮੁਲ ਖਿਰਾਜ ਹੈ। ਗਨੀਮੁਲ ਹੰਕਾਰੀ, ਜਦੋਂ ਕਿਸੇ ਨੂੰ ਹੰਕਾਰੀ ਕਹਿਣਾ ਹੋਵੇ ਤੇ ਗੁਰੂ ਸਾਹਿਬ ਦੀ ਮਜਬੂਰੀ ਹੈ, ਉਹਨੂੰ ਅਮੀਰ ਕਹਿੰਦੇ ਨੇ। ਵੈਸੇ ਇਹ ਗੱਲ ਸਾਨੂੰ ਫਿਰ ਵੇਖ ਕੇ ਅਰਥ ਕਰਨੇ ਪੈਂਦੇ ਵੀ ਚੋਟ ਨਾ ਲੱਗ ਜਾਏ ਕਿਸੇ ਨੂੰ, ਕਿਉਂਕਿ ਅਮੀਰ ਵੀ ਬੜੇ ਹੁੰਦੇ ਨੇ। ਪਰ ਇਹ ਗੱਲ ਵਿਚਾਰਨ ਯੋਗ ਬੜੀ ਹੈ ਵੀ ਅਮੀਰ ਨੂੰ ਹੰਕਾਰੀ ਕਹਿੰਦੇ ਨੇ। ਆਖਰ ਤੇ ਭਾਵੇਂ ਕੁਝ ਵੀ ਹੈ, ਜੇ ਕੋਲ ਕੁਝ ਹੈ ਨਾ ਚਾਰ ਦਮੜੇ, ਕਿਸੇ ਨਾ ਕਿਸੇ ਕੋਨੇ ਵਿੱਚ ਅੰਦਰ ਉਹ ਅੜ ਜਾਂਦੇ ਨੇ, ਜ਼ਰੂਰ ਅੜਦੇ ਨੇ। ਨਹੀਂ ਤੇ ਤੁਸੀਂ ਹੋਰ ਨਾ ਕਹੋ, ਆਪਾਂ ਇੱਥੇ ਆਏ ਹਾਂ, ਬਾਹਰ ਕੋਈ ਸੇਵਾਦਾਰ ਕਹਿ ਜੇ ਜੀ ਆਓ ਸੰਗਤ ਵਾਸਤੇ ਲੰਗਰ ਤਿਆਰ ਹੈ, ਤੁਸੀਂ ਛਕ ਲਓ। ਜੇ ਹੋਏਗੀ ਨਾ ਘਰ ਚੰਗੀ ਸਬਜ਼ੀ ਬਣੀ, ਚਾਰ ਜੇਬ ਵਿੱਚ ਮਾਇਆ ਹੋਵੇਗੀ, ਕੋਈ ਭਾਗਾਂ ਵਾਲਾ ਹੋਵੇ ਤੇ ਝੁਕੇਗਾ, ਨਹੀਂ ਤੇ ਇੱਕ ਵਾਰੀ ਮਨ ਵਿੱਚ ਆਇਆ ਕਿ ਚਲੋ ਤੁਸੀਂ ਛਕ ਲਓ, ਜਿਨ੍ਹਾਂ ਦੇ ਘਰ ਹੈ ਨਹੀਂ, ਸਾਨੂੰ ਕੀ ਲੋੜ ਹੈ, ਬਹੁਤ ਦਿੱਤਾ, ਬਹੁਤ ਹੈ, ਅੜ ਜਾਏਗੀ। ਇਸ ਕਰਕੇ ਅਮੀਰ ਨੂੰ ਹੰਕਾਰੀ ਕਿਹਾ। ਤੇ ਜਿਹੜਾ ਦੂਜਾ ਹੈ, ਉਹਨੂੰ ਜਦੋਂ ਆਵਾਜ਼ ਵੱਜੇਗੀ, ਪਹਿਲੀ ਆਵਾਜ਼ ਨਾਲ ਚਲਾ ਜਾਏਗਾ, ਨਾਲੇ ਉਹਦੇ ਮੂੰਹ ਵਿੱਚੋਂ ਨਿਕਲੇਗਾ ਧੰਨ ਗੁਰੂ ਨਾਨਕ ਸਾਹਿਬ ਬੜੀ ਕਿਰਪਾ, ਕਦੇ ਦੇ 20 ਰੁਪਈਏ ਲਾਏ ਸੀ ਅੱਜ ਤੱਕ ਨਹੀਂ ਮੁੱਕੇ। ਉਹ ਜਿੰਨਾ ਚਿਰ ਪ੍ਰਸ਼ਾਦਾ ਛਕੇਗਾ, ਨਾਲੇ ਇਹ ਉਹਦੇ ਮੂੰਹ ਵਿੱਚੋਂ ਨਿਕਲੇਗਾ, ਚਲੋ ਸਾਡੇ ਵਰਗਿਆਂ ਦਾ ਤੂੰ ਹੀ ਸਹਾਰਾ ਹੈ, ਸਾਡੇ ਕੋਲ ਤੇ ਖਾਣ ਵਾਸਤੇ ਹੈ ਵੀ ਨਹੀਂ। ਭਗਤ ਹੋ ਗਿਆ, ਜੁੜ ਗਿਆ ਉਹ ਵਿਅਕਤੀ। ਇਸ ਕਰਕੇ ਗਰੀਬ ਨੂੰ ਕਿਤੇ ਵੀ ਸਤਿਗੁਰਾਂ ਨੇ ਹੰਕਾਰੀ ਨਹੀਂ ਕਿਹਾ, ਕਿਉਂਕਿ ਉਹਦੇ ਹੰਕਾਰ ਦੇ ਸਰੋਤ ਸਾਰੇ ਨਸ਼ਟ ਹੋ ਜਾਂਦੇ ਨੇ, ਬਚਦੇ ਹੀ ਨਹੀਂ, ਰੁਲ ਗਿਆ ਬਿਲਕੁਲ। ਬੜੀ ਵੱਡੀ ਨਿਆਮਤ ਹੈ ਥੋੜ੍ਹੀ ਜਿਹੀ ਔਖੀ, ਮੰਗਦਾ ਕੋਈ ਨਹੀਂ। ਆਪਾਂ ਬਾਹਰੋਂ ਕਹੀ ਜਾਂਦੇ ਹਾਂ ਬਈ। ਇੱਕ ਸੱਜਣ ਨੇ ਵਿਆਖਿਆ ਕੀਤੀ, ਉਹ ਕਹਿੰਦੇ ਉਹ ਗੁਰੂ ਨੂੰ ਇਹ ਜ਼ਰੂਰ ਕਹਿੰਦੇ ਹੋ ਸਾਰੇ ਵੀ ਤੂੰ ਗਰੀਬ ਨਵਾਜ ਹੈ, ਜੇ ਗਰੀਬੀ ਦੇਦਾ ਰੋਂਦੇ ਕਿਉਂ ਫਿਰ? ਗਰੀਬ ਨਵਾਜ ਉਹਨੂੰ ਕਹੀ ਜਾਂਦੇ ਆ, ਗਰੀਬੀ ਮੰਗਦਾ ਕੋਈ ਨਹੀਂ। ਇਹ ਕੁਝ ਸਾਡੀ ਚਤੁਰਾਈ ਹੈ। ਪਰ ਜਿਹੜਾ ਗਨੀਮੁਲ ਖਿਰਾਜ ਹੈ, ਖਿਰਾਜ ਕਹਿੰਦੇ ਨੇ ਟੈਕਸ ਨੂੰ। ਕਹਿੰਦੇ ਜਿਹੜੇ ਲੋਕ ਹੰਕਾਰੀ ਹੋ ਜਾਂਦੇ ਨੇ ਨਾ, ਉਹਨਾਂ ਨੂੰ ਸਾਹਿਬ ਕਲਗੀਆਂ ਵਾਲੇ ਨੇ ਕਿਹਾ ਗਨੀਮੁਲ ਖਿਰਾਜ ਹੈ। ਉਹਨਾਂ ਹੰਕਾਰੀਆਂ ਤੋਂ ਫਿਰ ਤੂੰ ਧੱਕੇ ਨਾਲ ਖੋਹਣਾ ਹੈ, ਇਹ ਤੇਰਾ ਨਿਯਮ ਹੈ। ਇੱਕ ਥਾਂ ਤੇ ਵਾਪਰਿਆ, ਜਿੱਥੇ ਅੱਜ ਕਪਾਲ ਮੋਚਨ ਹੈ ਨਾ ਥਾਂ, ਉੱਥੇ ਬੜਾ ਵੱਡਾ ਮੇਲਾ ਸੀ, ਗੁਰੂ ਸਾਹਿਬ ਵੀ ਚਲੇ ਗਏ। ਸਤਿਗੁਰਾਂ ਨੇ ਕਿਹਾ ਵੀ ਸਾਰੇ ਮੇਲੇ ਵਿੱਚ ਪ੍ਰਬੰਧ ਠੀਕ ਕਰੋ, ਲੋਕਾਂ ਦਾ ਰਹਿਣ ਸਹਿਣ ਠੀਕ ਨਹੀਂ, ਸਰੀਰਕ ਕਿਰਿਆ ਕੋਈ ਕਿਤੇ ਕਰ ਰਿਹਾ, ਕੋਈ ਕਿਤੇ ਕਰ ਰਿਹਾ, ਇਹਨਾਂ ਨੂੰ ਇੱਥੇ ਠੀਕ ਤਰ੍ਹਾਂ ਨਾਲ ਰਹਿਣ ਦੀ ਜਾਂਚ ਦੱਸੋ। ਇਹਨਾਂ ਨੂੰ ਕਹੋ ਵੀ ਸਵੇਰੇ ਜਾਗਣਾ ਹੈ, ਇਕੱਠੇ ਹੋ ਕੇ ਸੰਗਤ ਕਰੋ। ਪਰ ਕਿਸੇ ਨੇ ਪਰਵਾਹ ਨਹੀਂ ਕੀਤੀ। ਗੁਰੂ ਸਾਹਿਬ ਦੇ ਸਿੰਘਾਂ ਨੇ ਸਾਰੇ ਮੇਲੇ ਵਿੱਚ ਢੋਲ ਵਜਾ ਕੇ ਗੁਰੂ ਦਾ ਸੁਨੇਹਾ ਦਿੱਤਾ ਵੀ ਸਵੇਰੇ ਦੀਵਾਨ ਸਜੇਗਾ, ਬਹਿ ਕੇ ਟਾਈਮ ਨਾਲ ਆਉਣਾ ਤੁਸੀਂ ਸਾਰਿਆਂ, ਤੇ ਇਸ ਮੇਲੇ ਨੂੰ ਸਾਫ਼ ਰੱਖਣਾ। ਰੱਬ ਦੀ ਗੱਲ ਸਾਂਝੀ ਕੀਤੀ, ਕਿਸੇ ਪਰਵਾਹ ਨਹੀਂ ਕੀਤੀ। ਸਤਿਗੁਰੂ ਬੈਠੇ, ਸਿੰਘ ਆਏ, ਕਹਿਣ ਲੱਗੇ ਮਹਾਰਾਜ ਇਹ ਤੇ ਹੰਕਾਰੀ ਬੜੇ ਨੇ। ਕਿਉਂ? ਕਹਿੰਦੇ ਸਾਰੇ ਯਾਤਰੂ ਨੇ। ਮਹਾਰਾਜ ਕਹਿੰਦੇ ਅਮੀਰ ਹੋਣਗੇ? ਕਹਿਣ ਲੱਗੇ ਜੀ ਹਾਂ, ਕਿਉਂਕਿ ਯਾਤਰਾ ਬਹੁਤੇ ਅਮੀਰ ਹੀ ਕਰਦੇ ਨੇ, ਕਿਉਂਕਿ ਉਹ ਵੀ ਮਾਇਆ ਨਾਲ ਹੀ ਹੋਣੀ ਹੈ। ਗਰੀਬ ਤੇ ਕੋਈ ਹੋਇਆ ਨਾ, ਕੋਈ ਬਾਬਾ ਅਤਰ ਸਿੰਘ ਜੀ ਵਰਗਾ, ਕੋਈ ਬਾਬਾ ਦਲੀਪ ਸਿੰਘ ਕਾਰ ਸੇਵਾ ਵਾਲਾ। ਜਦੋਂ ਮਾਇਆ ਨਹੀਂ ਮੁੱਕਦੀ, ਕਹਿੰਦੇ ਚਲੋ ਯਾਤਰਾ 'ਤੇ ਲਾਈ ਆਈਏ। ਕਹਿੰਦੇ ਅਮੀਰ ਹੋਣਗੇ। ਹਜ਼ੂਰ ਨੇ ਕਿਹਾ ਵੀ ਜਿਹੜੀ ਸੰਗਤ ਆਈ ਹੈ ਨਾ, ਉਹਨਾਂ ਨੂੰ ਸਰੋਪੇ ਦੇਣੇ ਨੇ ਸਾਰਿਆਂ ਨੂੰ। ਕਿੱਥੋਂ ਲਿਆਈਏ? ਇੱਥੇ ਕੋਈ ਹੁਣ ਨੇੜੇ ਸ਼ਹਿਰ ਨਹੀਂ। ਕਹਿੰਦੇ ਜਿਨ੍ਹਾਂ ਨੇ ਸਾਡਾ ਹੁਕਮ ਨਹੀਂ ਮੰਨਿਆ ਵੀ ਤੁਸੀਂ ਮੇਲੇ ਨੂੰ ਸਾਫ਼ ਰੱਖਣਾ ਤੇ ਗਲਤ ਥਾਂ 'ਤੇ ਕਿਰਿਆ ਕਰਦੇ, ਉਹਨਾਂ ਦੀਆਂ ਪੱਗਾਂ ਲਾ ਲਓ ਸਾਰਿਆਂ ਦੀਆਂ। ਬਸ ਫਿਰ ਸਿੰਘਾਂ ਨੇ, ਤੁਹਾਨੂੰ ਪਤਾ ਵੀ ਇਸ ਕੰਮ ਨੂੰ ਤਾਂ ਪਹਿਲਾਂ ਹੀ ਤਿਆਰ ਹੁੰਦੇ,
ਬੰਨ੍ਹਣ ਵਾਲੇ ਪਾਸੇ ਘੱਟ ਨੇ, ਲਾਉਣ ਵਾਲੇ ਪਾਸੇ ਜ਼ਿਆਦਾ ਸਵਾਦ ਆਉਂਦਾ ਹੈ। ਬਸ ਖਾਲਸਾ ਫਿਰ ਹੋ ਗਿਆ ਤਿਆਰ ਬਰ ਤਿਆਰ। ਉਹ ਜਿਹੜੇ ਠੀਕ ਸਨ ਅੱਧਿਆਂ ਤੇ ਉਹਨਾਂ ਦੀਆਂ ਵੀ ਲਾਹ ਲਿਆਂਦੀਆਂ, ਪੱਗਾਂ ਦਾ ਢੇਰ ਲੱਗ ਗਿਆ। ਹਜ਼ੂਰ ਨੇ ਕਿਹਾ ਇਹਨਾਂ ਨੂੰ ਧੋ ਦਿਓ, ਸਾਰੀਆਂ ਨੂੰ ਧੋ ਕੇ ਸੁਕਾਈਆਂ ਗਈਆਂ। ਫਿਰ ਉਹਦੇ ਸਰੋਪੇ ਬਣਾਏ, ਸਾਰੀਆਂ ਨੂੰ ਫਿਰ ਸਰੋਪੇ ਵੰਡ ਦਿੱਤੇ ਗਏ। ਫਿਰ ਜਿਹੜਾ ਨਹੀਂ ਮੰਨਦਾ, ਹੰਕਾਰੀ ਹੋ ਜਾਂਦਾ ਹੈ, ਉਹਨਾਂ ਵਾਸਤੇ ਸਾਹਿਬ ਕਹਿੰਦੇ ਗਨੇ ਮੁੱਲ ਖਿਰਾਜ ਹੈ, ਉਹਨਾਂ ਤੋਂ ਖੋਹ ਕੇ ਲੈਣਾ, ਖਿੱਚ ਲੈਣਾ। ਜੋ ਬਾਬੇ ਕੋ ਦਾਮ ਨਾ ਦੇ ਹੈ, ਤਿੰਨ ਤੇ ਫੁਨ ਬਾਬਰ ਕੇ ਲੈ ਹੈ। ਜੇ ਇਸ ਹੱਥ ਨਾਲ ਨਹੀਂ ਤੇ ਦੂਜੇ ਹੱਥ ਨਾਲ ਸਹੀ। ਪਿਆਰ ਵਾਲਾ ਵੀ ਉਹਦੇ ਕੋਲ ਹੱਥ ਹੈ ਜਿਹੜਾ ਉੱਤੇ ਰੱਖਦਾ ਹੈ, ਤੇ ਇੱਕ ਦੂਜਾ ਵੀ ਹੈ ਜਿਹੜਾ ਗਰਦਨ ਨੂੰ ਥੱਲਿਓਂ ਦੀ ਪਾ ਲੈਂਦਾ। ਦੋ ਹੱਥ ਰੱਖੇ ਨੇ। ਜਿਹੜਾ ਪਿਆਰ ਵਿੱਚ ਆਇਆ ਉਹਦੇ ਉੱਤੇ ਪਿਆਰ ਵਾਲਾ, ਬਖਸ਼ਣ ਵਾਲਾ ਹੈ। ਗਨੀ ਮੁੱਲ ਖਿਰਾਜ ਕਲਗੀਆਂ ਵਾਲੇ ਉਹਨੂੰ ਕਹਿੰਦੇ ਨੇ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਪਿਆਰ ਨਾਲ ਸਾਰਿਆਂ ਨੇ ਉਚਾਰਨ ਕਰਨਾ ਹੈ। ਵਾਹਿਗੁਰੂ ਵਾਹਿਗੁਰੂ।